ਜੇ ਪੜਨ ਯੋਗ ਹੈ ਤੇ ਫਿਰ ਜੇ ਪੜਨ ਯੋਗ ਹੈ ਤੇ ਫਿਰ ਠੀਕ ਇਸ ਤਰ੍ਹਾਂ ਹੀ ਰਹਿੰਦੇ। ਬਿਲਕੁਲ ਜੀ, ਬਿਲਕੁਲ। ਫਿਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਟਾਈਟਲ ਦੇ ਵਿੱਚ ਹੈ ਕਿ ਸਿੱਖੀ ਵਿੱਚ ਮਨ ਮਤਾਂ ਜੀ, ਇਹ ਅਸੀਂ 2-3 ਟਾਪਿਕ ਸਬ ਟਾਪਿਕ ਨੇ ਜੀ। ਗੁਰਮਤ ਤੇ ਮਨਮਤ ਕੀ ਹੈ, ਪਹਿਲਾਂ ਥੋੜਾ ਉਹ ਦੇਖਾਂਗੇ। ਫਿਰ ਸਿੱਖ ਰਹਿਤ ਮਰਿਆਦਾ ਵਿੱਚ ਜਿਹੜੀਆਂ ਮਨਮਤਾਂ ਲਿਖੀਆਂ ਨੇ, ਅਸੀਂ ਉੱਥੋਂ ਹੀ ਉਹ ਲੈ ਕੇ ਤੇ ਲਿਖੀਆਂ, ਕਾਪੀ ਕੀਤੀਆਂ ਨੇ। ਤੇ ਕੁਝ ਫਿਰ ਹੋਰ ਮਨਮਤਾਂ, ਵਹਿਮ ਭਰਮ ਪਖੰਡ ਅਸੀਂ ਕਹਿ ਸਕਦੇ ਹਾਂ। ਤੇ ਐਂਡ ਤੇ ਸਾਰ ਅੰਸ਼ ਦਾ ਫਿਰ ਆਪਾਂ ਦੇਖਾਂਗੇ ਜੀ ਕੀ ਹੈ। ਤੇ ਮਹਾਨ ਕੋਸ਼ ਦੇ ਅਨੁਸਾਰ ਜੀ ਗੁਰਮਤ ਜਿਹੜੀ ਹੈ ਸਤਿਗੁਰੂ ਦਾ ਸਿਧਾਂਤ ਤੇ ਗੁਰੂ ਦਾ ਥਾਪਿਆ ਧਰਮ ਦਾ ਨਹੀਂ। ਇਹ ਹੈ ਜੀ ਮਨਮਤ ਜਿਹੜੀ ਆ ਮਨ ਦਾ ਥਾਪਿਆ ਨਿਯਮ, ਮਨ ਦੀ ਇੱਛਾ ਗੁਰੂ ਤੇ ਧਰਮ ਗ੍ਰੰਥ ਦੇ ਵਿਰੁੱਧ ਆਪਣੇ ਮਨ ਪਾਉਂਦੇ ਨਿਯਮਾਂ ਤੇ ਨਿਸ਼ਚਾ ਦੀ। ਤੇ ਇਹੋ ਜਿਹੀ ਕਹਿ ਸਕਦੇ ਕਿ ਮਨਮਤ ਝੂਠੀ ਸੱਚਾ ਸੋਏ। ਇੱਕ ਹੋਰ ਵਰਡ ਹੈ ਜੀ ਮਨਮਤੀਆ, ਉਹ ਹੈ ਜੀ ਮਨਮਤ ਧਾਰਨ ਕਰਨ ਵਾਲਾ, ਜਿਹੜਾ ਜੀਵ ਮਨਮਤਾਂ ਦੇ ਵਿੱਚ ਵਿਸ਼ਵਾਸ ਰੱਖਦਾ ਜਾਂ ਉਹਨਾਂ ਨੂੰ ਮੰਨਦਾ ਹੈ, ਤੇ ਜਾਂ ਗੁਰਮਤ ਦੇ ਵਿਰੁੱਧ ਕੰਮ ਕਰਨ ਵਾਲਾ, ਉਹਨੂੰ ਜੀ ਮਨਮਤੀਆ ਹੀ ਕਹਿ ਸਕਦੇ ਹਾਂ। ਤੇ ਜਿਹੜੀਆਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਜੇ ਤੁਸੀਂ ਮੇਰੇ ਖਿਆਲ ਜ਼ਿਆਦਾ ਸੰਗਤ ਨੇ ਤੇ ਜਾਣੂ ਆ ਜਾਣਕਾਰੀ ਇਹਦੇ ਬਾਰੇ, ਲੇਕਿਨ ਫਿਰ ਵੀ ਅਸੀਂ ਸੋਚਿਆ ਕਿ ਥੋੜਾ ਦੇਖਦੇ ਹਾਂ ਕਿ ਕੀ ਲਿਖਿਆ ਉਹਦੇ 'ਚ। ਤੇ ਜਿਹੜੀਆਂ ਮੁੱਖ ਸ਼੍ਰੇਣੀਆਂ ਇਸ ਤਰ੍ਹਾਂ ਨੇ ਜੀ ਕਿ ਸਿੱਖੀ ਰਹਿਣੀ ਵਿੱਚ ਬਹਿਣੀ ਵਿੱਚ ਕਿਹੜੀਆਂ ਮਨਮਤਾਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਾਜਮਾਨ ਸਥਾਨ ਤੇ ਜਾਂ ਗੁਰਦੁਆਰੇ ਸੰਬੰਧੀ ਕਿਹੜੀਆਂ ਮਨਮਤਾਂ ਨੇ, ਸਹਿਜ ਪਾਠ ਜਾਂ ਕੰਠ ਪਾਠ ਸੰਬੰਧੀ ਮਨਮਤਾਂ, ਕੀਰਤਨ ਕਥਾ ਆਦਿ ਸੰਬੰਧੀ, ਜਨਮ ਸੰਸਕਾਰ ਤੇ ਮ੍ਰਿਤਕ ਸੰਸਾਰ। ਇਹਦੇ ਵਿੱਚ ਇੱਕ ਚੀਜ਼ ਮਿਸਿੰਗ ਹੈ ਜੀ, ਆਨੰਦ ਕਾਰਜ ਦਾ ਵਿੱਚ ਲਿਖਿਆ ਸੀ, ਉਹ ਕਿਤੇ ਲਿਸਟ ਤੋਂ ਮਿਸਿੰਗ ਹੋ ਗਿਆ। ਪਹਿਲਾਂ ਤਾਂ ਜੀ ਸਿੱਖੀ ਵਿੱਚ ਰਹਿਣੀ ਕਿਹੜੀਆਂ ਮਨਮਤਾਂ ਨੇ ਜੀ। ਸਭ ਤੋਂ ਪਹਿਲੀ ਹੈ ਕਿ 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਮੁਕਤੀ ਦਾ ਦਾਤਾ ਜਾਂ ਇਸ਼ਟ ਮੰਨਣਾ, ਕਿਸੇ ਹੋਰ ਨੂੰ ਧਰਮ ਨੂੰ ਮੰਨਣਾ, ਕਿਸੇ ਧਰਮ ਬਾਰੇ ਜਾਣਕਾਰੀ ਲੈਣੀ ਠੀਕ ਹੈ ਜੀ, ਉਹਦੇ 'ਚ ਕੋਈ ਪ੍ਰੋਬਲਮ ਨਹੀਂ। ਲੇਕਿਨ ਇਹ ਹੈ ਕਿ ਅਸੀਂ ਬਹੁਤ ਆਪਾਂ ਦੇਖਦੇ ਹਾਂ ਕਿ ਲੋਕ ਹੋਰ ਧਰਮਾਂ ਦੇ ਵੀ ਮੱਥਾ ਟੇਕਦੇ ਨੇ ਜਾ ਕੇ। ਠੀਕ ਹੈ, ਜੇ ਪੋਲੀਟੀਸ਼ੀਅਨ ਨੇ ਜਾਣਾ ਜਾਂ ਤੁਹਾਡੇ ਵੀ ਕੁਛ ਸਮਾਜਿਕ ਤੌਰ ਤੇ ਜੇ ਤੁਹਾਨੂੰ ਜਾਣਾ ਪੈਂਦਾ ਤੇ, ਲੇਕਿਨ ਇਹ ਆ ਕਿ ਉਹਨੂੰ ਮੰਨਣਾ ਜਿਹੜੀ ਆ ਮੇਨ ਚੀਜ਼ ਹੈ, ਮੰਨਣਾ। ਅਕਾਲ ਪੁਰਖ ਤੋਂ ਬਿਨਾਂ ਜੀ ਕਿਸੇ ਦੇਵੀ ਦੇਵਤੇ ਅਵਤਾਰ ਪੈਗੰਬਰ ਦੀ ਉਪਾਸਨਾ, ਇਹ ਵੀ ਇੱਕ ਮਨਮਤ ਹੈ। ਗੁਰੂ ਸਥਾਨ ਤੋਂ ਬਿਨਾਂ ਕਿਸੇ ਤੀਰਥ ਜਾਂ ਧਾਮ ਨੂੰ ਆਪਣਾ ਸਥਾਨ ਮੰਨਣਾ, ਕਿਸੇ ਤੀਰਥ ਤੇ ਜਾਣਾ ਜਾਂ ਕਿਸੇ ਡੇਰੇ ਤੇ ਜਾਣਾ ਜਾਂ ਜੋ ਵੀ ਆ। ਅਸਥਾਨ ਦਾ ਮਤਲਬ ਹੈ ਜੀ ਕਿ ਜਿਹਦੇ 'ਚ ਤੁਹਾਡੀ ਸ਼ਰਧਾ ਹੈ, ਜਿਹਨੂੰ ਤੁਸੀਂ ਉਹ ਮੰਨਦੇ, ਜਿਵੇਂ ਗੁਰਦੁਆਰਾ ਸਾਹਿਬ ਨੇ। ਜਾਤ ਪਾਤ ਜਿਹੜਾ ਤੁਹਾਨੂੰ ਆਪਦੀ ਵੀ ਅਸੀਂ ਲੋਕ ਕਾਫੀ ਫਾਲੋ ਕਰਦੇ ਹਾਂ ਜੀ। ਛੂਤ ਛਾਤ ਇਹ ਅਜੇ ਵੀ ਚੱਲਦੀ ਹੈ ਕਾਫੀ। ਜੰਤਰ ਮੰਤਰ ਤੰਤਰ, ਚੰਗਾ ਮਾੜਾ ਸ਼ਗਨ ਜੀ, ਇਹ ਆਮ ਰਿਵਾਜ ਹੈ ਬਹੁਤ। ਤੁਸੀਂ ਪੁੱਛੋ ਤੇ ਕਹਿੰਦੀ ਸ਼ਗਨ ਹੋ ਗਿਆ, ਬਦ ਸ਼ਗਨ ਹੋ ਗਿਆ ਜੀ। ਪੁੱਛਣਾ ਸੁਖਣਾ, ਸੁੱਖ ਕੇ ਆ ਜੇ ਸਾਡਾ ਕੰਮ ਹੋ ਜੇ ਤੇ ਅਸੀਂ ਆ ਕਰਾਂਗੇ। ਤਿੱਥ ਇਹਦਾ ਕਹਿੰਦੇ ਜੀ ਅਗਨ, ਕਾਮਦੇਵ ਤੇ ਕਾਲ ਜਿਹੜਾ ਉਹਦੇ ਨਾਲ ਸੰਬੰਧ ਹੈ। ਮਹੂਰਤ ਜਿਵੇਂ ਕਿ ਹਿੰਦੂ ਧਰਮ ਦੇ ਵਿੱਚ ਖਾਸ ਕਰਕੇ ਕੋਈ ਕੰਮ ਕਰਨਾ ਹੋਵੇ ਤੇ ਮਹੂਰਤ ਕਢਾਇਆ ਜਾਂਦਾ ਹੈ। ਗ੍ਰਹਿ ਪ੍ਰਵੇਸ਼, ਜਿਵੇਂ ਕਈ ਇਹ ਵੀ ਹੈ ਕਿ ਗ੍ਰਹਿ ਪ੍ਰਵੇਸ਼ ਕਰਨਾ ਜੀ, ਉਹਦੇ ਵਿੱਚ ਵੀ ਹੋਮ ਕੋਈ ਯੱਗ ਕਰਨਾ ਜਾਂ ਕੁਛ ਉਹਦਾ ਕੋਈ ਕਾਰਵਾਈ ਕਰਨੀ ਹੈ। ਰਾਸ਼ੀ ਹੈ ਜੀ ਜਿਹੜੀ ਰਾਸ਼ੀ ਫਲ ਆਮ ਅਖਬਾਰਾਂ ਦੇ ਵਿੱਚ ਵੀ ਤੁਸੀਂ ਰੋਜ਼ ਦੇਖਦੇ ਜੇ, ਉਹਦੇ ਵਿੱਚ ਵਿਸ਼ਵਾਸ ਕਰਨਾ ਕਿ ਇਹ ਰਾਸ਼ੀ ਹੈ ਜੀ, ਕਿ ਤੁਹਾਨੂੰ ਸਾਰੀਆਂ ਲਿਸਟ ਦੇ ਬਾਹਲੇ ਲੋਕਾਂ ਹੋਮ ਕਰਨਾ, ਯੱਗ, ਸਿੱਖਾ ਸੂਤ ਇਹ ਹੈ ਜੀ ਜਨੇਊ ਰੱਖਣਾ ਜਾਂ ਜਨੇਊ ਪਾਉਣਾ, ਜਿਹੜਾ ਕਿ ਗੁਰੂ ਸਾਹਿਬ ਨੇ ਪਹਿਲੇ ਤੋਂ ਹੀ ਸ਼ੁਰੂ ਮਨਾ ਕਰ ਦਿੱਤਾ ਹੈ। ਭੱਦਣ, ਵੱਡੇ ਦੇ ਮਰਨ ਤੇ ਸਿਰ ਮਨਾਉਣਾ, ਇਹ ਹਿੰਦੂ ਧਰਮ ਦੇ ਵਿੱਚ ਕਾਫੀ ਰਿਵਾਜ ਹੈ ਜੀ, ਖਾਸ ਕਰਕੇ ਸਾਊਥ ਦੇ ਵਿੱਚ ਮੈਂ ਦੇਖਿਆ। ਇਕਾਦਸ਼ੀ, ਪੂਰਨਮਾਸ਼ੀ ਦੇ ਵਰਤ, ਇਹ ਵੀ ਹੈ ਜੀ। ਦੂਸਰੀ ਹੈ ਜੀ ਫਿਰ ਹੈ ਜੀ ਕਿ ਤਿਲਕ, ਜੰਨੂ, ਤੁਲਸੀ ਮਾਲਾ, ਗੋਰ ਜਿਹਨੂੰ ਕਬਰ ਵੀ ਕਹਿੰਦੇ ਆ, ਮੱਠ, ਮੜੀ, ਮੂਰਤੀ ਪੂਜਾ ਤੇ ਨਿਸ਼ਚਾ।
ਇਹਨਾਂ ਚੀਜ਼ਾਂ ਦਾ। ਪੀਰ ਬ੍ਰਾਹਮਣ ਸ਼ੀਰਨੀ ਹੈ ਜੀ ਆਮ, ਮੇਰੇ ਖਿਆਲ ਸੰਗਤ ਨੂੰ ਸ਼ਾਇਦ ਜ਼ਿਆਦਾ ਨੂੰ ਤੇ ਪਤਾ ਹੀ ਹੋਣਾ, ਲੇਕਿਨ ਇਹ ਹੈ ਕਿ ਜਿਹੜੀਆਂ ਮਿੱਠੀਆਂ ਸੇਵੀਆਂ ਜਾਂ ਕਿਸੇ ਸਥਾਨ ਤੇ ਖਾਸ ਪ੍ਰਸ਼ਾਦ ਲੈ ਕੇ ਜਾਣਾ, ਉਹਨੂੰ ਆਮ ਸ਼ੀਰਨੀ ਵੀ ਕਹਿ ਦਿੰਦੇ ਆ। ਵੇਦ ਸ਼ਾਸਤਰ ਗਾਇਤਰੀ ਗੀਤਾ ਕੁਰਾਨ ਅੰਜੀਲ ਆਦਿ ਉੱਤੇ ਨਿਸ਼ਚਾ। ਗੁਰੂ ਸਾਹਿਬ ਦੇ ਟਾਈਮ ਤੇ ਮੇਰੇ ਖਿਆਲ ਸ਼ਾਇਦ ਅੰਜੀਲ ਦਾ ਜ਼ਿਆਦਾ ਨਹੀਂ ਸੀ ਪਤਾ, ਲੇਕਿਨ ਕਿਉਂਕਿ ਜਦੋਂ ਸਿੱਖ ਰਹਿਤ ਮਰਿਆਦਾ ਬਣੀ ਆ ਅੱਜ ਤੋਂ 1930 ਤੋਂ ਸ਼ੁਰੂ ਹੋ ਕੇ ਤੇ 1940 ਕੁਛ ਦੇ ਵਿੱਚ ਕੰਪਲੀਟ ਹੋਈ ਸੀ, ਤੇ ਉਦੋਂ ਤੱਕ ਉੱਥੇ ਕ੍ਰਿਸਚੀਅਨਿਟੀ ਜਿਹੜੀ ਕਾਫੀ ਆ ਚੁੱਕੀ ਸੀ, ਤੋ ਇਸ ਕਰਕੇ ਇਹਦੇ ਵਿੱਚ ਇਹ ਵੀ ਲਿਖਿਆ ਕਿ ਉਹਦੇ ਤੇ ਵੀ ਨਿਸ਼ਚਾ ਨਹੀਂ ਕਰਨਾ। ਗੁਰੂ ਸਾਹਿਬ ਬਾਣ ਜਾਂ ਸਿੱਖ ਬਜ਼ੁਰਗਾਂ ਸ਼ਖਸੀਅਤਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ। ਇਹ ਬਹੁਤ ਜਗ੍ਹਾ ਮੈਂ ਦੇਖਿਆ ਜੀ ਕਿ ਗੁਰਦੁਆਰਾ ਸਾਹਿਬ ਜਾ ਕੇ ਲੋਕੀ ਗੁਰੂ ਸਾਹਿਬ ਦੀਆਂ ਤਸਵੀਰਾਂ ਤੇ ਮੱਥੇ ਟੇਕਦੇ ਨੇ, ਘਰਾਂ ਦੇ ਵਿੱਚ ਵੀ ਟੇਕਦੇ ਨੇ, ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਾ ਕੇ ਮੈਂ ਦੇਖਿਆ ਟੇਕਦੇ ਨੇ। ਕੇਸ ਕੱਟਣੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ, ਨੱਕ ਕੰਨ ਆਦਿ ਅੰਗ ਛੇਦਨੇ। ਇਹ ਲੇਡੀ ਦੇ ਵਿੱਚ ਆਮ ਰਿਵਾਜ ਹੈ ਜੀ ਕਿ ਕੋਈ ਨਾ ਕੋਈ ਜਿਵਲਰੀ ਦੇ ਵਾਸਤੇ। ਆਫ ਕੋਰਸ ਨਸ਼ੇ ਜੀ ਸਾਰੇ ਹੀ ਨੇ। ਕੰਨਿਆ ਮਾਲ ਨਾਲ ਵਰਤਣਾ ਜੀ, ਜਿਹੜੀ ਕਿ ਇੰਡੀਆ ਦੇ ਵਿੱਚ ਅੱਜ ਕੱਲ੍ਹ ਅਜੇ ਵੀ ਉਹ ਕਾਫੀ ਸੀਰੀਅਸ ਪ੍ਰੋਬਲਮ ਹੈ। ਚੋਰੀ ਯਾਰੀ ਜੂਆ ਖੇਡਣਾ, ਇਹ ਵੀ ਹੈ ਜੀ ਕਿ ਇਸਤਰੀਆਂ ਵੱਲੋਂ ਪਰਦਾ ਕਰਨਾ ਜਾਂ ਘੁੰਡ ਕੱਢਣਾ। ਹੁਣ ਸ਼ਹਿਰਾਂ ਦੇ ਵਿੱਚ ਜਾਂ ਪਹਿਲਾਂ ਵੀ ਪਿੰਡਾਂ ਵਿੱਚ ਜਦੋਂ ਅਸੀਂ ਵੱਡੇ ਹੋ ਰਹੇ ਸੀ ਉਦੋਂ ਬਹੁਤ ਰਿਵਾਜ ਸੀ ਜੀ, ਹੁਣ ਕੁਛ ਅੱਗੇ ਨਾਲੋਂ ਘਟ ਗਿਆ, ਕਾਫੀ ਘਟ ਗਿਆ। ਜਿਹੜੀਆਂ 4 ਬੱਜਰ ਕੁਰੈਤਾਂ ਸਿੱਖੀ ਰਹਿਣੀ ਦੇ ਵਿੱਚ, ਉਹ ਸੰਗਤ ਨੂੰ ਪਤਾ ਹੀ ਹੈ ਜੀ ਕਿ ਕੇਸਾਂ ਦੀ ਬੇਅਦਬੀ ਹੈ। ਕੁੱਠਾ ਜਿਹੜਾ ਨਾ, ਇਹ ਮਹਾਨ ਕੋਸ਼ ਦੇ ਵਿੱਚ ਖਾਸ ਕਰਕੇ ਲਿਖਿਆ ਹੈ ਕਿ ਹਲਾਲ ਜਿਹੜੀ ਟਰਮ ਯੂਜ਼ ਹੋ ਰਹੀ ਹੈ ਨਾ ਆਮ ਕਰਕੇ, ਕੁੱਠਾ ਜਿਹਨੂੰ ਅਸੀਂ ਕੁੱਠਾ ਕਹਿੰਦੇ ਆ, ਉਹ ਜਿਹੜੀ ਪ੍ਰੋਪਰ ਟਰਮ ਨਹੀਂ ਹੈਗੀ, ਉਹਦਾ ਮਤਲਬ ਕੁਛ ਕਾਫੀ ਹੋ ਰਿਹਾ। ਇਹ ਬਲਦੇਵ ਸਿੰਘ ਨੂੰ ਜ਼ਿਆਦਾ ਉਹਨਾਂ ਨੇ ਕਾਫੀ ਪੜ੍ਹਿਆ, ਤੇ ਉਹਨਾਂ ਤੋਂ ਜੇ ਕੋਈ ਸਵਾਲ ਹੋਇਆ ਤੇ ਫਿਰ ਉਹ ਹੋਰ ਇਹਦੇ ਉੱਤੇ ਚਾਨਣ ਪਾ ਸਕਦੇ ਨੇ। ਲੇਕਿਨ ਇਹ ਹੈ ਕਿ ਕੁੱਠਾ ਜਿਹੜੀ ਸਿੱਖੀ ਦੇ ਹਿਸਾਬ ਨਾਲ ਮੁਸਲਮਾਨੀ ਤਰੀਕੇ ਦੇ ਨਾਲ ਕੱਟਿਆ ਜਾਣ ਵਾਲਾ ਜਿਹੜਾ ਮਾਸ ਹੈ, ਉਹ ਹੈ, ਉਹ ਖਾਣਾ। ਪਰ ਇਸਤਰੀ ਜਾਂ ਪੁਰਸ਼ ਦੇ ਨਾਲ ਸੰਬੰਧ, ਤੰਬਾਕੂ ਦੀ ਵਰਤੋਂ ਆਫ ਕੋਰਸ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਫਿਰ ਹੈ ਜੀ ਕਿ ਦੂਸਰੀ ਜਿਹੜੀ ਸ਼੍ਰੇਣੀ ਆ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਤੇ ਜਾਂ ਗੁਰਦੁਆਰੇ ਦੇ ਵਿੱਚ, ਕਿਉਂਕਿ ਜੇ ਗੁਰੂ ਸਾਹਿਬ ਹੋਏ ਤੇ ਫਿਰ ਗੁਰਦੁਆਰਾ ਹੀ ਬਣ ਜਾਂਦਾ ਕਿਤੇ ਵੀ ਹੋ। ਉਹਦੇ ਵਿੱਚ ਹੈ ਜੀ ਕਿ ਪ੍ਰਕਾਸ਼ ਲਈ ਸਥਾਨ ਵਿੱਚ ਚਾਂਦਨੀ ਮੰਜੀ ਜਿਹੜੀਆਂ ਰਿਕੁਆਇਰਡ ਚੀਜ਼ਾਂ ਨੇ, ਉਸ ਤੋਂ ਜਿਹੜੀ ਵਾਧੂ ਸਜਾਵਟ ਆ ਕਿ ਜਿਹੜੇ ਫੁੱਲ ਬੂਟੇ ਜਾਂ ਹੋਰ ਹੈਂਗਿੰਗਸ ਕਈ ਵਾਰੀ ਦੇਖਦੇ ਜੇ ਅਸੀਂ ਗੁਰਦੁਆਰਾ ਸਾਹਿਬ ਵੀ, ਘਰਾਂ ਦੇ ਵਿੱਚ ਵੀ ਲੋਕਾਂ ਨੇ ਵਾਧੂ ਲਾਏ ਹੁੰਦੇ ਆ, ਉਹ ਵੀ ਮਨਮਤ ਮੰਨੀ ਜਾਂਦੀ ਹੈ। ਹਾਂ, ਇਹ ਹੈ ਕਿ ਜੇ ਕੋਈ, ਕਿਉਂਕਿ ਜੇ ਖਾਸ ਕਰਕੇ ਗਰਮੀਆਂ ਦਾ ਮੌਸਮ ਹੋਵੇ, ਪੁਰਾਣੇ ਜ਼ਮਾਨੇ 'ਚ ਵੀ ਇਹ ਸੀ ਕਿ ਕਾਫੀ ਲੋਕ, ਤੁਹਾਨੂੰ ਪਸੀਨਾ ਆ ਜਾਂਦਾ, ਗਰਮੀ ਆ, ਉਹਦੇ ਨਾਲ ਥੋੜੀ ਜਿਹੀ ਜੇ ਲੋੜ ਹੋਵੇ ਕਿ ਥਾਂ ਜਿਹੜਾ ਸੁਗੰਧਿਤ ਕਰਨਾ, ਤੇ ਉਹ ਥੋੜਾ ਜਿਹਾ ਹੈ, ਠੀਕ ਹੈ ਜੀ। ਮੈਂ ਇਹ ਵੀ ਦੇਖਿਆ ਜੀ ਕਿ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਜਿਹੜੇ ਭਾਈ ਨੇ, ਉਹ ਫਿਰ ਉਹ ਸਪਰੇ ਕਾਫੀ ਉੱਥੇ 1-2 ਮਿੰਟ ਲਾ ਕੇ ਪੂਰੇ ਚੰਗੀ ਤਰ੍ਹਾਂ ਕਰਦੇ ਨੇ, ਤੇ ਉਹ ਇੰਨਾ ਜ਼ਿਆਦਾ ਦੀ ਲੋੜ ਨਹੀਂ। ਹਾਂ, ਇਹ ਜੇ ਲੋੜ ਹੋਵੇ, ਲੋੜ ਅਨੁਸਾਰ ਫੁੱਲ ਵੀ ਰੱਖ ਸਕਦੇ ਜੇ, ਧੂਪ ਵੀ ਲਾ ਸਕਦੇ। ਰੋਸ਼ਨੀ ਹੁੰਦਿਆਂ ਕਈ ਵਾਰ ਅਸੀਂ ਦੇਖਿਆ ਜੀ ਕਿ ਤੇਲ ਜਾਂ ਘਿਓ ਦੀਆਂ ਜੋਤਾਂ ਜਗਾਉਣੀਆਂ ਆਮ ਰਿਵਾਜ ਸੀ, ਅਜੇ ਵੀ ਹੈ ਜੀ ਕਾਫੀ ਜਗ੍ਹਾ ਤੇ। ਹਾਂ, ਇਹ ਹੈ ਕਿ ਜੇ ਅੱਗੇ ਸੀ ਕਿ ਜੇ ਬਿਜਲੀ ਚਲੀ ਜਾਵੇ ਤੇ ਫਰਜ਼ ਕਰੋ, ਫਿਰ ਕਈ ਵਾਰੀ ਐਮਰਜੈਂਸੀ ਦੇ ਵਿੱਚ ਤੁਸੀਂ ਰੱਖਣ ਵਾਸਤੇ ਕਿ ਬਿਲਕੁਲ ਡਾਰਕ ਨਾ ਹੋ ਜਾਏ, ਖਾਸ ਕਰਕੇ ਜੇ ਅਖੰਡ ਪਾਠ ਚੱਲ ਰਿਹਾ, ਤੇ ਉਸ ਸਿਚੁਏਸ਼ਨ ਦੇ ਵਿੱਚ ਸ਼ਾਇਦ, ਲੇਕਿਨ ਅੱਜ ਕੱਲ੍ਹ ਤੇ ਜੀ ਸਭ ਜਿਹੜੇ ਕੋਈ ਪਾਠ ਕਰ ਰਹੇ ਨੇ, ਸਭ ਕੋਲ ਸੈੱਲ ਫੋਨ ਹੈਗੇ ਨੇ। ਜੇ ਲੋੜ ਹੀ ਪੈ ਹੀ ਜਾਵੇ, ਬਿਜਲੀ ਬੰਦ ਹੋ ਜਾਏ, ਤੇ ਤੁਸੀਂ ਫੋਨ ਦੀ ਲਾਈਟ ਵੀ ਯੂਜ਼ ਕੀਤੀ ਜਾ ਸਕਦੀ ਹੈ। ਧੂਫ ਜਾਂ ਦੀਵੇ ਜਗਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟਲ ਖੜਕਾਉਣੇ ਆਦਿ ਜਿਹੜੀਆਂ ਚੀਜ਼ਾਂ ਨੇ। ਇੱਕ ਹੈ ਜੀ ਕਿ ਹੋਰ ਕਿਸੇ ਵੀ ਪੁਸਤਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰਕੇ ਤੇ ਉਹਨਾਂ ਨੂੰ ਜਿਹੜਾ ਪ੍ਰਕਾਸ਼ ਕਰਨਾ ਹੈ। ਕਿਸੇ ਵੀ ਮਨੁੱਖ ਜਾਂ ਜੋ ਵੀ ਆ ਜੀਵ ਕਹਿ ਸਕਦੇ ਹਾਂ ਕਿ
ਗਦੇਲਾ, ਆਸਣ, ਕੁਰਸੀ, ਚੌਂਕੀ, ਮੰਜਾ ਆਦਿ ਲਾ ਕੇ ਵਿਤਕਰੇ ਨਾਲ ਬੈਠਣਾ। ਇਹ ਹੈ ਜੀ ਕਿ ਹੁਣ ਅੱਜ ਕੱਲ੍ਹ ਕਾਫੀ ਜਗ੍ਹਾ ਇਹ ਕਾਮਨ ਹੋ ਗਿਆ ਕਿ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਸੰਗਤਾਂ ਥੱਲੇ ਨਹੀਂ ਬੈਠ ਸਕਦੇ, ਬਜ਼ੁਰਗ ਖਾਸ ਕਰਕੇ, ਜਾਂ ਕੋਈ ਹੋਰ ਹੈਂਡੀਕੈਪ, ਉਹਨਾਂ ਵਾਸਤੇ ਕੁਰਸੀ ਲਾ ਦੇਣੀ। ਉਹ ਕਿਉਂਕਿ ਉਹਨਾਂ ਟਾਈਮ ਤੇ ਕਿਸੇ ਨੇ ਉਦੋਂ ਕੁਰਸੀਆਂ ਜਾਂ ਬੈਂਚ ਜਿਹੜੇ ਸੀ ਕੋਈ ਸੋਚਦਾ ਵੀ ਨਹੀਂ ਸੀ, ਇਸ ਕਰਕੇ ਇਹ ਉਹਦੇ ਵਿੱਚ ਲਿਖਿਆ। ਲੇਕਿਨ ਅੱਜ ਕੱਲ੍ਹ ਕਾਫੀ ਪ੍ਰਵਾਨ ਹੋ ਚੁੱਕਾ ਹੈ। ਮੰਜੀ ਜਾਂ ਪਾਲਕੀ ਸਾਹਿਬ ਦੇ ਪਾਵਿਆਂ ਦੀ ਮੁੱਠੀ ਚਾਪੀ ਕਰਨੀ, ਕੰਧਾਂ ਥੜਿਆਂ ਤੇ ਮੱਥਾ ਰਗੜਨਾ, ਮੁੱਠੀਆਂ ਭਰਨੀਆਂ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ। ਕਾਫੀ ਅੱਗੇ ਖਾਸ ਕਰਕੇ ਜਦੋਂ ਪਾਠ ਹੁੰਦਾ ਸੀ ਕਿ ਪਾਣੀ ਰੱਖ ਲਓ ਜੀ, ਪਾਣੀ ਪਵਿੱਤਰ ਹੋ ਜਾਂਦਾ। ਨੰਗੇ ਸਿਰ ਬੈਠਣਾ, ਪਰਦਾ ਜਾਂ ਕੁੰਡ ਕਰਕੇ ਬੈਠਣਾ ਵੀ ਜਿਹੜੀ ਹੈ ਜੀ ਮਨ ਮਾਤਿਆ। ਤੇ ਅੱਗੇ ਪਤਾ ਨਹੀਂ ਉਹ ਲੇਡੀ ਦਾ ਉਹ ਕਈ ਵਾਰ ਉੱਥੇ ਗੁਰਦੁਆਰਾ ਸਾਹਿਬ ਵਿੱਚ ਵੀ ਜਿਹੜੇ ਜਗ੍ਹਾ ਦੇ ਰਿਵਾਜ ਸੀ ਕੁੰਡ ਦਾ, ਉੱਥੇ ਅਜੇ ਵਰਤਿਆ ਜਾਂਦਾ ਸੀ। ਕਿਸੇ ਵੀ ਸਿੱਖ ਛੂਤ ਛਾਤ, ਜਾਤ ਪਾਤ, ਉੱਚ ਨੀਚ ਦਾ ਭਰਮ ਜਾਂ ਵਿਤਕਰਾ। ਇੱਕ ਹੈ ਜੀ ਕਿ ਵਾਕ ਲੈਣ ਤੋਂ ਬਿਨਾਂ ਰਮਾਲ ਚੁੱਕ ਕੇ ਦਰਸ਼ਨ ਕਰਨਾ ਜਾਂ ਕਰਾਉਣਾ। ਇਹ ਵੀ ਕਾਫੀ ਲੋਕਾਂ ਦਾ ਹੈ ਜੀ ਕਿ ਦਰਸ਼ਨ ਕਰਾ ਦਿਓ ਜੀ ਗੁਰੂ ਸਾਹਿਬ ਦੇ। ਉਹ ਭਾਈ ਸਾਹਿਬ ਨੂੰ ਕਹਿ ਕੇ ਦਿੰਦੇ ਨੇ, ਆ ਜਿਹੜਾ ਵੀ ਕੋਈ ਤਾਬਿਆ ਬੈਠਾ ਹੋਵੇ ਕਿ ਸਾਨੂੰ ਜੀ ਦਰਸ਼ਨ ਕਰਾ ਦਿਓ ਤੋਂ ਰਮਾਲਾ ਚੁੱਕ ਕੇ ਥੋੜਾ ਜਿਹਾ। ਸੋ ਉਹ ਵੀ ਹੈ ਮਨਮਤ ਹੈ ਜੀ। ਤੇ ਤਨਖਾਹੀਏ ਦੀ ਅਰਦਾਸ ਕਰਨੀ, ਤਨਖਾਹੀਏ ਸਿੱਖ ਦੀ ਅਰਦਾਸ ਕਰਨੀ, ਮੂਰਤੀਆਂ ਰੱਖਣੀਆਂ, ਮੂਰਤੀ ਪੂਜਾ। ਇਹ ਆਮ ਸੰਗਤ ਨੂੰ ਪਤਾ ਹੈ ਕਿ ਇੱਕ ਟਾਈਮ ਤੇ ਦਰਬਾਰ ਸਾਹਿਬ ਦੇ ਵਿੱਚ ਵੀ ਮੂਰਤੀਆਂ ਤੇ ਉੱਥੇ ਪੂਜਾ ਹੁੰਦੀ ਸੀ। ਗੁਰਮਤ ਦੇ ਵਿਰੁੱਧ ਕੋਈ ਵੀ ਰੀਤੀ ਜਾਂ ਸੰਸਕਾਰ, ਅਨਮਤ ਦੇ ਤਿਉਹਾਰ ਮਨਾਉਣੇ ਦੂਸਰੇ ਮਤਾਂ ਦੇ, ਜਿਹੜੇ ਸੋਸ਼ਲ ਜਿਹੜੀਆਂ ਨੇ ਉਹ ਮੇਰੇ ਖਿਆਲ ਇਹਦੇ ਵਿੱਚ ਨਹੀਂ ਆਉਂਦੀਆਂ। ਲੇਕਿਨ ਇਹ ਆ ਕਿ ਜੇ ਤੁਸੀਂ ਕੋਈ ਉੱਥੇ ਕ੍ਰਿਸਮਸ ਦਾ ਤਿਉਹਾਰ ਮਨਾਓ ਜਾਂ ਹਿੰਦੂ ਧਰਮ ਦਾ ਜਾਂ ਮੁਸਲਮਾਨ ਦਾ ਕੋਈ, ਉਹ ਮੁਸਲਮਾਨਾਂ ਦਾ ਮਨਾਓ, ਤੇ ਉਹ ਮੇਰੇ ਖਿਆਲ ਖਾਸ ਹੈ ਜੀ, ਜਿੱਥੋਂ ਤੱਕ ਮੇਰੀ ਸਮਝ ਹੈ। ਤੰਬਾਕੂ ਵਗੈਰਾ ਦੀ ਤੇ ਆਫ ਕੋਰਸ ਲੰਗਰ ਜਾਂ ਪ੍ਰਸ਼ਾਦ ਵਰਤਾਉਣ ਵੇਲੇ ਸੰਗਤ ਵਿੱਚ ਬੈਠੇ ਕਿਸੇ ਨਾਲ ਲਿਹਾਜ਼ ਜਾਂ ਘਿਰਣਾ ਕਰਨੀ। ਕਿਸੇ ਵੀ ਕਾਰਨ ਸਿੱਖ ਗੈਰ ਸਿੱਖ, ਉੱਚ ਨੀਚ, ਜਾਤ ਪਾਤ, ਛੂਤ ਛਾਤ, ਰੰਗ ਭੇਦ, ਇਸਤਰੀ ਮਰਦ, ਕਿਸੇ ਤਰ੍ਹਾਂ ਦਾ ਵਿਤਕਰਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਜੀ। ਫਿਰ ਹੈ ਜੀ ਸਹਿਜ ਪਾਠ ਜਾਂ ਅਖੰਡ ਪਾਠ ਸੰਬੰਧੀ ਮਨਮਤਾਂ ਕਿਹੜੀਆਂ ਨੇ। ਸਭ ਤੋਂ ਪਹਿਲੀ ਹੈ ਜੀ ਕਿ ਜੇ ਪਾਠ ਚੱਲ ਰਿਹਾ ਹੋਵੇ ਤੇ ਪਾਠੀ ਇਕੱਲਾ ਹੀ ਪਾਠ ਕਰਦਾ ਹੋਵੇ ਤੇ ਸੰਗਤ ਜਾਂ ਟੱਬਰ ਵਿੱਚੋਂ ਕੋਈ ਵੀ ਨਾ ਸੁਣਦਾ ਹੋਵੇ, ਇਹ ਗੁਰਬਾਣੀ ਦੀ ਨਿਰਾਦਰੀ ਹੈ। ਔਰ ਇਹ ਅਸੀਂ ਅਖੰਡ ਪਾਠਾਂ ਦੇ ਵਿੱਚ ਖਾਸ ਕਰਕੇ ਆਮ ਦੇਖਣ ਨੂੰ ਮਿਲਦਾ ਹੈ ਕਿ ਕਈ ਵਾਰ ਪਾਠੀ ਇਕੱਲਾ ਹੀ, ਕਈ ਹਾਸੋ ਹੀਣੀਆਂ ਗੱਲਾਂ ਵੀ, ਲੋਕੀ ਉੱਥੇ ਅਖਬਾਰ ਲੈ ਕੇ ਜਿਹੜੇ ਰਾਤ ਨੂੰ ਮੈਨੂੰ ਵੀ ਕਈ ਕੁਛ ਵਾਰੀ ਸੇਵਾ ਕਰਨ ਦਾ, ਦੋਵੇਂ ਤਰੀਕੇ ਨਾਲ ਪਾਠ ਕਰਨ ਦਾ ਵੀ ਜਾਂ ਸੇਵਾ ਕਰਨ ਦਾ ਮੌਕਾ ਮਿਲਿਆ ਜੀ, ਲੋਕ ਉੱਥੇ ਆਪਣੇ ਅਖਬਾਰਾਂ ਲੈ ਕੇ ਆ ਜਾਂਦੇ ਨੇ, ਅਖਬਾਰ ਪੜ੍ਹੀ ਜਾਣਗੇ ਜਾਂ ਆਪਣਾ ਹੋਰ ਕੁਛ ਇਹੋ ਜਿਹਾ ਕੰਮ ਕਰੀ ਜਾਂਦੇ ਨੇ ਤੇ ਪਾਠ ਨਹੀਂ ਕੋਈ ਸੁਣਦਾ ਹੈ। ਤੇ ਖਾਸ ਕਰਕੇ ਜਿਹੜੀ ਅਖੰਡ ਪਾਠ ਦੇ ਵਿੱਚ ਬੜੀ ਵੱਡੀ ਹੈ, ਅਜੇ ਵੀ ਮੇਰੇ ਖਿਆਲ ਕਾਫੀ ਜਗ੍ਹਾ ਤੇ ਪ੍ਰੋਬਲਮ ਹੈ। ਤੇ ਹਾਲਾਂਕਿ ਸਾਡੇ ਹੁਣ ਰਿਵਾਜ ਇਹੋ ਜਿਹਾ, ਮੈਂਟਲ ਸਾਡੀ ਇਹੋ ਜਿਹਾ ਬਣ ਗਿਆ ਦਿਮਾਗ 'ਚ ਕਿ ਅਖੰਡ ਪਾਠ ਜ਼ਰੂਰ ਕਰਾਉਣਾ ਚਾਹੀਦਾ, ਲੇਕਿਨ ਉਹਦੇ 'ਚ ਬਹੁਤ ਵੱਡੀ ਪ੍ਰੋਬਲਮ ਹੈ। ਬਹੁਤ ਤੇਜ਼ ਪਾਠ ਕਰਨਾ ਜੀ। ਕਈ ਵਾਰ ਅਖੰਡ ਪਾਠ ਦੇ ਵਿੱਚ ਭਾਈ ਇੰਨਾ ਤੇਜ਼ ਪੜ੍ਹਦੇ ਨੇ ਜਾਂ ਉਸ ਤਰ੍ਹਾਂ ਵੀ ਇੰਨਾ ਪੜ੍ਹਦੇ ਨੇ ਕਿ ਕਿਸੇ ਨੂੰ ਸਮਝ ਨਹੀਂ ਆਉਣੀ ਜਾਂ ਕੋਈ ਸੁਣ ਹੀ ਨਹੀਂ ਸਕਦਾ। ਸੋ ਉਹ ਵੀ ਦੇਖਿਆ ਜੀ, ਮੈਂ ਆਪ ਵੀ ਦੇਖਿਆ ਕਈ ਜਗ੍ਹਾ। ਸੰਗਤ ਨੂੰ ਇਹ ਹੈ ਜੀ ਕਿ ਪਾਠ ਸੁਣਾਉਣ ਲਈ ਗੈਰ ਸਿੱਖ ਨਹੀਂ ਹੋ ਸਕਦਾ, ਆਪਣੇ ਵਾਸਤੇ ਕੋਈ ਵੀ ਕਰ ਸਕਦਾ। ਪਾਠ ਜਾਂ ਅਖੰਡ ਪਾਠ ਵੇਲੇ ਕੁੰਭ, ਜੋਤ, ਨਾਰੀਅਲ ਆਦਿ ਜਿਹੜਾ ਰੱਖਣਾ, ਨਾਲ ਕਿਸੇ ਹੋਰ ਬਾਣੀ ਦਾ ਜਾਂ ਕੋਈ ਹੋਰ ਵੀ ਜਿਹੜਾ ਪਾਠ ਜਾਂ ਕੋਈ ਚੀਜ਼ ਜਿਹੜੀ ਆ ਉਹ ਵੀ ਜੀ ਮਨਮਤ ਹੈ। ਕਿਉਂਕਿ ਕਾਫੀ ਜਗ੍ਹਾ ਇਹ ਹੈ ਕਿ ਨਾਲ ਦੀ ਜਪਜੀ ਸਾਹਿਬ ਦਾ ਜਾਂ ਸੁਖਮਨੀ ਸਾਹਿਬ ਦਾ ਪਾਠ ਲੋ, ਕਈ ਜਗ੍ਹਾ ਤੇ ਇਹ ਹੈ ਰਿਵਾਜ। ਸੋ ਰਹਿਤ ਮਰਿਆਦਾ ਦੇ ਹਿਸਾਬ ਨਾਲ ਮਨਮਤ ਹੈ ਜੀ। ਔਰ ਜੇ ਅਸੀਂ ਬੇਸਿਕ ਚੀਜ਼ ਵੇਖੀਏ ਕਿ ਸਾਰਾ ਪਾਠ ਕਰਾਉਣ ਦਾ
ਮਕਸਦ ਜਾਂ ਤੁਹਾਡਾ ਟੀਚਾ ਇਹੋ ਹੀ ਹੋਣਾ ਚਾਹੀਦਾ ਹੈ ਕਿ ਤੁਸੀਂ ਪਾਠ ਸੁਣੋ, ਸੁਣ ਕੇ ਜੇ ਸਮਝ ਸਕੋ ਸਮਝੋ ਤੇ ਆਫ ਕੋਰਸ ਜੇ ਅਮਲ ਕਰੋ। ਲੇਕਿਨ ਜੇ ਹੈ ਕਿ ਤੁਸੀਂ ਉਹ ਇੱਕ ਬਨੇ ਅਖੰਡ ਪਾਠ ਚੱਲ ਰਿਹਾ, ਅਖੰਡ ਪਾਠ ਚੱਲ ਰਿਹਾ, ਦੂਜੇ ਬਨੇ ਕੋਈ ਹੋਰ ਚੀਜ਼ ਚੱਲ ਰਿਹਾ, ਨਾ ਉਹ ਚੁੱਪ ਕਰਕੇ ਨਾਲ ਕਰਦੇ, ਉਹਦਾ ਜਿਹੜੀ ਇਹ ਚੀਜ਼ ਜਿਹੜੀ ਮਨਮਤ ਹੈ ਜੀ, ਉਹ ਗੁਰਮਤ ਦੇ ਅਨੁਸਾਰ ਜੇ ਤੁਸੀਂ ਪਾਠ ਕਰਾਉਣ ਦਾ ਮਤਲਬ ਹੀ ਉਹ ਸਾਰਾ ਬਿਲਕੁਲ ਹੀ ਉਹ ਖਤਮ ਹੋ ਜਾਂਦਾ। ਕੀਰਤਨ ਕਥਾ ਕਰਦੇ ਹਾਂ ਜੀ, ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਜਾਂ ਹੋਰ ਪੰਥ ਪ੍ਰਮਾਣਿਕ ਗੁਰਮਤ ਅਨੁਸੂਲ ਪੁਸਤਕਾਂ ਜਾਂ ਇਤਿਹਾਸ ਤੋਂ ਬਿਨਾਂ ਕੋਈ ਹੋਰ ਪੁਸਤਕ ਦੀ ਕਥਾ। ਗੁਰਬਾਣੀ ਦੇ ਸ਼ਬਦਾਂ ਨੂੰ ਵਾਧੂ ਧਾਰਨਾ ਜਾਂ ਮਨ ਘੜਤ ਤੁਕਾਂ ਲਾ ਕੇ ਗਾਉਣਾ, ਇਹ ਕਈ ਜਗ੍ਹਾ ਹੁਣ ਫਿਲਮੀ ਤਰਜ਼ਾਂ ਤੇ ਜਾਂ ਉਹ ਕਈ ਜਗ੍ਹਾ ਰਿਵਾਜ ਹੋ ਗਿਆ। ਇੱਕ ਵਕਤ ਤੋਂ ਵੱਧ ਦੋ ਚੀਜ਼ਾਂ, ਇੱਥੇ ਵੀ ਉਹੀ ਪ੍ਰਿੰਸੀਪਲ ਹੈ ਜੀ ਕਿ ਕੀਰਤਨ ਕਥਾ ਵਿਖਿਆਨ ਪਾਠ ਆਦਿ ਇਹ ਨਹੀਂ ਹੋਣੀ ਚਾਹੀਦੀ। ਦੀਵਾਨ ਸਮੇਂ ਜ਼ਰੂਰੀ ਹੈ ਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਹੋਣਾ ਚਾਹੀਦਾ ਹੈ। ਇੱਥੇ ਫੇਰ ਲਿਖਿਆ ਜੀ, ਸੰਗਤ ਵਿੱਚ ਗੈਰ ਸਿੱਖ ਦਾ ਤਾਬਿਆ ਵਿੱਚ ਬਹਿਣਾ ਜਾਂ ਕੀਰਤਨ ਕਥਾ ਆਦਿ ਕਰਨਾ। ਪ੍ਰਿੰਸੀਪਲ ਉਹੀ ਹੈ ਜੀ ਕਿ ਜਿਹੜਾ ਗੈਰ ਸਿੱਖ ਨਹੀਂ ਕਰ ਸਕਦਾ, ਸੰਗਤ ਵਾਸਤੇ, ਆਪ ਕਿਸੇ ਨੂੰ ਕੋਈ ਮਨਾਹੀ ਨਹੀਂ। ਗੁਰਮਤ ਦਰਨਾਉਣ ਤੋਂ ਬਿਨਾਂ ਕਥਾ ਜਾਂ ਵਿਖਿਆਨ, ਉਹ ਜਿਹੜੀ ਉਹ ਮਨਮਤ ਹੈ ਜੀ, ਤੇ ਗੁਰਮਤ ਦੇ ਵਿਰੁੱਧ ਕੋਈ ਵਿਖਿਆਨ ਆਫ ਕੋਰਸ। ਹੁਣ ਆਉਨੇ ਆ ਜੀ ਅਸੀਂ ਜਨਮ ਸੰਸਕਾਰ ਸੰਬੰਧੀ ਜਿਹੜੀਆਂ ਮਨਮਤਾਂ ਨੇ। ਸੂਤਕ ਦਾ ਇੱਕ ਆਮ ਅਜੇ ਵੀ ਚੱਲਦਾ, ਲੇਕਿਨ ਅੱਗੇ ਤੇ ਬਹੁਤ ਹੀ ਰਿਵਾਜ ਹੁੰਦਾ ਸੀ ਕਿ ਜਨਮ ਤੋਂ ਬੱਚੇ ਤੋਂ ਬਾਅਦ ਲੇਡੀ ਜਿਹੜੀ ਆ ਉਹ ਇੰਨੇ ਦਿਨ ਤੱਕ ਅਪਵਿੱਤਰ ਗਿਣਿਆ ਜਾਂਦਾ ਸੀ ਕਿ ਉਹਨੂੰ ਚੌਂਕੇ ਜਾ ਕੇ ਉਹ ਕੰਮ ਨਹੀਂ ਸੀ ਕਰ ਸਕਦੀ, ਕੋਈ ਖਾਣਾ ਜਾਂ ਕਿਚਨ ਦੇ ਚੌਂਕੇ 'ਚ ਆਪਣੇ ਆ ਕੇ ਖਾਣਾ ਵਗੈਰਾ ਦੀ ਸੇਵਾ ਵੀ ਨਹੀਂ ਸੀ ਕਰ ਸਕਦੀ। ਔਰ ਇਹ ਵੀ ਹੈਰਾਨਗੀ ਵਾਲੀ ਗੱਲ ਹੈ ਜੀ ਕਿ ਸੂਤਕ ਜਣੇਪੇ ਤੋਂ ਬਾਅਦ ਜਿਹੜਾ ਹੈ, ਇਹ ਵੱਖ-ਵੱਖ ਜਾਤਾਂ ਦੇ ਲਈ ਉਹਦੀ ਟਾਈਮ ਪੀਰੀਅਡ ਜਿਹੜਾ ਲੈਂਥ ਆ ਉਹ ਵੱਖਰੀ ਵੱਖਰੀ ਹੈ। ਜਿਵੇਂ ਬ੍ਰਾਹਮਣ ਦੇ ਜਿਹੜੀ ਕੋਈ ਇਸਤਰੀ ਹੈ ਜੀ, ਉਹ 10 ਦਿਨਾਂ ਬਾਅਦ ਸਿਰਫ ਉਹਨੂੰ ਸੂਤਕ ਆ, ਉਹਦੇ 10 ਦਿਨਾਂ ਵਾਸਤੇ। ਖੱਤਰੀ ਜਿਹੜੀ ਨੇ ਉਹਨਾਂ ਨੂੰ 13 ਦਿਨ ਵਾਸਤੇ ਆ ਜੀ। ਵੈਸ਼ ਜਿਹੜੇ ਨੇ ਉਹਨਾਂ ਨੂੰ 17 ਦਿਨ ਵਾਸਤੇ ਆ ਜੀ, ਤੇ ਜਿਹੜੇ ਸ਼ੁੱਧ ਨੇ ਉਹਨਾਂ ਨੂੰ 30 ਦਿਨ ਵਾਸਤੇ ਸੂਤਕ ਆ। ਔਰ ਇਹ ਸੂਤਕ ਦੇ ਵਿੱਚ ਜਿਹੜਾ ਮਰਨ ਵੇਲੇ ਦਾ ਵੀ ਉਹ ਜਿਹੜਾ ਆ ਜਾਂਦਾ ਕਿ ਉੱਥੇ ਇੰਨੇ ਦਿਨ ਸੋਗ ਹੋਣਾ ਚਾਹੀਦਾ, ਉਸਦੇ ਘਰ ਅਪਵਿੱਤਰ, ਘਰ ਵੀ ਜਿਹੜਾ ਅਪਵਿੱਤਰ ਗਿਣਿਆ ਜਾਂਦਾ। ਸੋ ਗੁਰਬਾਣੀ ਦੀ ਤੁਕ ਹੈ ਜੀ ਕਿ ਸਭੋ ਸੂਤਕ ਭਰਮ ਹੈ, ਦੂਜੇ ਲੱਗੇ ਜਾਏ, ਤੇ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ, ਦਿੱਤਨ ਰਿਜਕ ਸੰਭਾਹੇ, ਨਾਨਕ ਜਿਨੀ ਗੁਰਮੁਖ ਬੁਝਿਆ ਤਿੰਨਾ ਸੂਤਕ ਨਾ ਹੈ। ਜਿਨ੍ਹਾਂ ਨੇ ਗੁਰਮਤ ਨੂੰ ਜਾਂ ਜਿਨ੍ਹਾਂ ਗੁਰਮੁਖਾਂ ਨੇ ਬੁੱਝ ਲਿਆ ਵਾਹਿਗੁਰੂ ਦੇ ਬਾਰੇ, ਉਹਨਾਂ ਨੂੰ ਕੋਈ ਸੂਤਕ ਕਿਸੇ ਤਰ੍ਹਾਂ ਨਹੀਂ। ਸੋ ਇਹ ਹੈ ਜੀ ਸੂਤਕ ਦੇ ਬਾਰੇ। ਇਹ ਦੋਵੇਂ ਚੀਜ਼ਾਂ ਜਨਮ ਦੇ ਜਾਂ ਮੌਤ ਦਾ ਜਿਹੜਾ ਕਹਿੰਦੇ ਜੀ ਕਿਰਿਆ ਕਰਮ ਤੱਕ ਘਰ ਜਿਹੜਾ ਪਵਿੱਤਰ ਗਿਣਿਆ ਜਾਂਦਾ ਹੈ। ਰੁਮਾਲੇ ਤੋਂ ਚੋਲਾ ਬਣਾ ਕੇ ਬੱਚੇ ਨੂੰ ਪਾਉਣਾ ਜੀ, ਇਹ ਵੀ ਕਈ ਜਗ੍ਹਾ ਰਿਵਾਜ ਹੈ। ਔਰ ਜਾਂ ਸਿੰਘ ਜਾਂ ਕੌਰ ਤੋਂ ਬਿਨਾਂ ਨਾਮ ਰੱਖਣਾ, ਇਹ ਹੈ ਜੀ ਜਨਮ ਸੰਸਕਾਰ ਦੇ ਸੰਬੰਧਿਤ। ਫਿਰ ਹੈ ਜੀ ਕਿ ਅੰਮ੍ਰਿਤ ਸੰਸਕਾਰ ਸੰਬੰਧੀ ਵੀ ਕੁਝ ਮਨਮਤਾਂ ਉੱਥੇ ਲਿਖੀਆਂ ਨੇ। ਬਹੁਤ ਛੋਟੀ ਉਮਰ ਜਾਂ ਹੋਸ਼ ਸੰਭਾਲਣ ਤੋਂ ਪਹਿਲਾਂ ਜਿਹੜਾ ਅੰਮ੍ਰਿਤ ਸੰਸਕਾਰ ਨਹੀਂ ਹੋਣਾ ਚਾਹੀਦਾ। ਕਈ ਲੋਕ ਇਹ ਵੀ ਹੈ ਜੀ ਕਿ ਚਲੋ ਅੰਮ੍ਰਿਤ ਪੂਰਾ ਨਹੀਂ ਕਰ ਸਕਦੇ, ਚੁਲਾ ਦੇ ਲੈ ਲੈਣ, ਇਹ ਵੀ ਇੱਕ ਹੈ ਜੀ। ਉਹਦੇ ਵਿੱਚ ਉਹ ਪੂਰਾ ਅੰਮ੍ਰਿਤ ਨਹੀਂ ਗਿਣਿਆ ਜਾਂਦਾ। ਉਹ ਬੱਚਾ ਜਿਹੜਾ ਉਹਨੂੰ ਕੋਈ ਚੁਲਾ ਲੈ ਲਓ, ਤੁਹਾਨੂੰ ਜਿਹੜੀ ਹੈ ਬਾਕੀ ਉਹ ਫਾਲੋ ਕਰਨ ਦੀ ਜਿਹੜੇ ਰੂਲ ਨੇ, ਵੀ 5 ਬਾਣੀਆਂ ਦਾ ਪਾਠ ਜਾਂ ਜੋ ਵੀ ਆ ਉਹਦੀ ਲੋੜ ਨਹੀਂ। ਕੇਸੀ ਇਸ਼ਨਾਨ 5 ਕਕਾਰਾਂ ਤੋਂ ਬਿਨਾਂ ਜਿਹੜਾ ਤੁਹਾਡਾ ਅੰਮ੍ਰਿਤ ਸੰਸਕਾਰ, ਨੰਗਾ ਸਿਰ, ਟੋਪੀ, ਅੰਗ ਛੇਦਕ ਜਿਹੜੇ ਨੇ, ਇਹ ਵੀ ਮਨਮਤ ਦੇ ਚਿੰਨ੍ਹ ਨੇ। ਫਿਰ ਹੈ ਜੀ ਆਨੰਦ ਕਾਰਜ ਸੰਬੰਧੀ, ਗੈਰ ਸਿੱਖ ਨਾਲ ਵਿਆਹ, ਆਨੰਦ ਰੀਤੀ ਤੋਂ ਬਿਨਾਂ ਵਿਆਹ, ਬਚਪਨ ਵਿੱਚ ਵਿਆਹ, ਜਿਹੜਾ ਜਾਤ ਪਾਤ ਗੋਤ ਆਦਿ ਦਾ ਵਿਚਾਰ ਜਿਹੜਾ ਹੈ।
ਜਿਹੜਾ ਹੈਗਾ ਜੀ ਜਾਤ ਪਾਤ ਤੇ ਗੋਤ ਦਾ ਤੇ ਕਾਫੀ ਅਜੇ ਵੀ ਪ੍ਰਚਲਿਤ ਹੈ ਜੀ ਕਾਫੀ ਜਗ੍ਹਾ। ਅਸੀਂ ਗੱਲਾਂ ਸਭ ਕਰ ਲੈਂਦੇ ਹਾਂ, ਲੇਕਿਨ ਜਦੋਂ ਉਹ ਟਾਈਮ ਆਉਂਦਾ ਅਸੀਂ ਫਿਰ ਉਹ ਵਾਪਸ ਅੱਜ ਕੱਲ੍ਹ ਤੇ ਇੱਕ ਹੋਰ ਜਾਤਾਂ ਬਣ ਗਈਆਂ ਨੇ ਜੀ ਕਿ ਉਹ ਇੰਨਾ ਪੜ੍ਹੇ ਨਾਲ ਹੀ ਬੱਚੇ ਨਾਲ ਵਿਆਹ ਇੰਨੀ ਉਹ ਹੋਣਾ ਚਾਹੀਦਾ, ਨਹੀਂ ਤੇ ਦੂਜੇ ਨਾਲ ਉਹ ਬਾਹਲਾ ਪਸੰਦ ਨਹੀਂ ਚੱਲਦਾ। ਉਹ ਇੱਕ ਹੋਰ ਇੱਕ ਕਿਸਮ ਦੀ ਜਾਤ ਬਣਦੀ ਜਾ ਰਹੀ ਹੈ। ਅਮੀਰੀ ਗਰੀਬੀ ਦਾ ਤੇ ਅੱਗੇ ਵੀ ਸੀ ਤੇ ਹੁਣ ਵੀ ਚੱਲਦਾ। ਉਹਨੂੰ ਤੁਸੀਂ ਜਾਤ ਪਾਤ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ। ਦਿਨ ਮੁਕਰਨ ਲੱਗਿਆ ਖਾਸ ਦਿਨ ਅਖੌਤੀ ਚੰਗੇ ਮੰਦੇ ਸਮਾਂ ਦੇ ਅੱਗੇ ਇਹ ਹੁੰਦਾ ਸੀ ਆਮ ਜੀ ਕਿ 12 ਵਜੇ ਤੋਂ ਪਹਿਲਾਂ ਹੀ ਜ਼ਰੂਰੀ ਆਨੰਦ ਕਾਰਜ ਹੋਣਾ ਚਾਹੀਦਾ ਹੈ। ਅੱਜ ਕੱਲ੍ਹ ਤੇ ਇਹ ਕੰਮ ਖਤਮ ਹੋ ਗਿਆ ਕਿਉਂਕਿ 12 ਵਜੇ ਤੱਕ ਬਰਾਤ ਹੀ ਨਹੀਂ ਆਉਂਦੀ ਸਵੇਰੇ। ਅੱਜ ਕੱਲ੍ਹ ਉਦੋਂ ਪਹਿਲਾਂ ਇੱਕ ਰਾਤ ਉਦੋਂ ਟ੍ਰੈਡੀਸ਼ਨ ਉਦੋਂ ਇਹ ਸੀ ਕਿ ਬਰਾਤ ਆਮ ਕਰਕੇ ਇੱਕ ਰਾਤ ਪਹਿਲਾਂ ਚਲੀ ਜਾਂਦੀ ਸੀ ਲੜਕੀ ਵਾਲੇ ਘਰ, ਤੇ ਅਗਲੇ ਦਿਨ ਸਵੇਰੇ ਉੱਠ ਕੇ ਫਿਰ ਪਹਿਲਾ ਕੰਮ ਚਾਹ ਪੀ ਕੇ ਜਾਂ ਮਤਲਬ ਬ੍ਰੇਕਫਾਸਟ ਕਹਿ ਲਓ ਜਾਂ ਜੋ ਵੀ ਆ, ਤੇ ਉਹ ਇਹ ਕੀਤਾ ਜਾਂਦਾ ਸੀ। ਤੇ ਉਦੋਂ ਤਾਂ ਇਹ ਪ੍ਰੈਕਟੀਕਲ ਵੀ ਸੀ। ਅੱਜ ਕੱਲ੍ਹ ਤੇ ਪ੍ਰੈਕਟੀਕਲੀ ਨਹੀਂ ਰਹਿ ਗਿਆ ਕੰਮ। ਲੇਕਿਨ ਇਹ ਆ ਕਿ ਜਦੋਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹਦੇ ਸਮੇਂ ਦੀ ਕੋਈ ਬੰਦਿਸ਼ ਨਹੀਂ ਹੈ। ਹੁਣ ਇਹ ਹੈ ਜੀ ਕਿ ਅਸੀਂ ਆਮ ਅਜੇ ਸਾਡੇ ਸਿੱਖਾਂ ਦੇ ਸਾਰੇ ਚੱਲਦਾ ਸਿਹਰਾ ਬੰਨਣਾ, ਜਿਹੜਾ ਗਾਨਾ ਬੰਨਣਾ, ਮੁਕਟ ਤੇ ਨਹੀਂ ਕੋਈ ਪਾਉਂਦੇ। ਕੱਚੀ ਲੱਸੀ ਵਿੱਚ ਪੈਰ ਬੇਰੀ ਜਾਂ ਜੰਡੀ ਵੱਢਣੀ, ਇਹ ਅੱਗੇ ਹੁੰਦਾ ਸੀ ਕਿ ਜਦੋਂ ਬਰਾਤ ਜਿਹੜਾ ਬੱਚਾ ਹੁੰਦਾ ਸੀ ਉਹਨੂੰ ਕਿਹਾ ਜਾਂਦਾ ਸੀ ਕਿ ਬੇਰੀ ਜਾਂ ਜੰਡੀ ਤੋਂ ਵੱਢ। ਮੇਰੇ ਖਿਆਲ 'ਚ ਇਹ ਜੀ ਕਿ ਰਿਵਾਜ ਉਹ ਇਸ ਕਰਕੇ ਜਾਂ ਲੋਕਾਂ ਨੇ ਗਿਣਿਆ ਸੀ ਕਿ ਬੱਚੇ ਜਿਹੜਾ ਵੀ ਆ ਵਿਆਹੁਣ ਆਇਆ ਆ ਵਾਰਿਆ ਵੀ ਉਹ ਫਿਜ਼ੀਕਲੀ ਉਹਦੀ ਫਿਟਨੈਸ ਦਾ ਇੱਕ ਕਿਸਮ ਦਾ ਇਨਡਾਇਰੈਕਟ ਟੈਸਟ ਹੁੰਦਾ ਸੀ। ਸੋ ਉਦੋਂ ਸ਼ਾਇਦ ਇਸ ਗੱਲਾਂ ਦੀ ਇਹਨਾਂ ਦੀ ਉਦੋਂ ਲੋੜ ਸੀ ਲੜਾਈ ਜਿਵੇਂ ਪ੍ਰੋਟੈਕਸ਼ਨ ਵਾਸਤੇ। ਘੜੋਲੀ ਭਰਨੀ ਹੈ ਜੀ ਇੱਕ, ਇਹਦੇ ਵਿੱਚ 3 ਮੇਰੇ ਖਿਆਲ ਮਟਕੀਆਂ ਭਰ ਕੇ ਰੱਖ ਦਿੰਦੇ ਨੇ ਬੱਚੀ ਦੇ ਕੋਲ। ਅੱਗੇ ਹੁੰਦਾ ਜੀ ਕਿ ਰੁੱਸ ਕੇ ਜਾਣਾ, ਛੰਦ ਪੜ੍ਹਨ ਦਾ ਰਿਵਾਜ ਹੁੰਦਾ ਸੀ ਆਮ ਜੀ। ਅਸੀਂ ਆਪ ਦੇਖਿਆ ਜਦੋਂ ਇੰਡੀਆ ਦੇ ਵਿੱਚ ਵੀ ਮੁੰਡੇ ਨੂੰ ਕਹਿਣਾ ਕਿ ਛੰਦ ਪੜ੍ਹ ਕੇ ਅਮਨ ਕਰਨਾ ਬੇਦੀ ਆਫ ਕੋਰਸ ਵਿਸ਼ ਤੇ ਵਿਸ਼ਵਾ ਦਾ ਨਾਚ ਹੁਣ ਆਰਟਿਸਟ ਹੋ ਗਏ ਨੇ, ਤੇ ਸ਼ਰਾਬ ਦੀ ਵਰਤੋਂ ਜਿਹੜੀ ਆਫ ਕੋਰਸ ਨਸ਼ਾ। ਇਹ ਹੈ ਜੀ ਅਨਮਤ ਵਾਲਿਆਂ ਦਾ ਵਿਆਹ ਆਨੰਦ ਰੀਤੀ ਨਾਲ, ਇਹ ਵੀ ਉਹਦੇ ਵਿੱਚ ਮਨਮਤ ਲਿਖੀ ਆ। ਪੈਸਾ ਲੈ ਕੇ ਸੰਜੋਗ ਕਰਨਾ, ਜਿਹਦੇ ਵਿੱਚ ਦਾਜ ਵੀ ਆ ਜਾਂਦਾ ਆਫ ਕੋਰਸ। ਅੱਗੇ ਆਮ ਰਿਵਾਜ ਸੀ ਕਿ ਖਾਸ ਕਰਕੇ ਹਿੰਦੂ ਧਰਮ ਦੇ ਵਿੱਚ ਕਿ ਜੇ ਬੱਚੀ ਦੇ ਘਰ ਜਾਣਾ ਤੇ ਉੱਥੋਂ ਖਾਣਾ ਪੀਣਾ ਨਹੀਂ ਕੁਛ। ਇੱਕ ਪਤਨੀ ਦੇ ਹੁੰਦਿਆਂ ਦੂਜਾ ਵਿਆਹ, ਉਹ ਵੀ ਜਿਹੜੀ ਚੀਜ਼ ਹੈ ਕਿ ਜੇ ਤੁਸੀਂ ਹਿਸਟੋਰੀਕਲੀ ਵੇਖੋ ਤੇ ਜਿੰਨੇ ਅਮੀਰ ਆਦਮੀ ਸਨ ਉਹਨਾਂ ਦੇ ਇੱਕ ਤੋਂ ਜ਼ਿਆਦਾ ਵਿਆਹ ਹੁੰਦੇ ਸੀ। ਸਿੱਖਾਂ ਦੇ ਵਿੱਚ ਵੀ ਰਹੇ ਨੇ, ਜਿਹੜੇ ਸਿੱਖਾਂ ਦੇ ਸਾਡੇ ਆਮ ਉਹਨਾਂ ਦੇ ਵੀ ਕਾਫੀ ਰਹੇ ਨੇ, ਤੇ ਪਿੰਡਾਂ ਦੇ ਵਿੱਚ ਜਾਂ ਆਮ ਘਰਾਂ ਦੇ ਵਿੱਚ ਵੀ ਜਿਹੜੇ ਅਮੀਰ ਆਦਮੀ ਸੀ ਉਹਨਾਂ ਦਾ ਕੋਈ ਇਹ ਨਵੀਂ ਗੱਲ ਨਹੀਂ ਸੀਗੀ, ਕਾਫੀ ਜੇ ਉਹਨਾਂ ਦੇ ਵਿੱਚ ਪ੍ਰਚਲਿਤ ਸੀ। ਇੱਕ ਪਿੰਡ ਪੱਤਲ ਦੀ ਵਿਆਹ ਦੇ ਵੇਲੇ ਕੀ ਹੁੰਦਾ ਹੈ ਕਿ ਉਹਦੇ ਵਿੱਚ ਪਿੰਡ ਦੀਆਂ ਜਿਹੜੀਆਂ ਜਿੱਥੋਂ ਬਰਾਤ ਆਈ ਹੋਵੇ ਉੱਥੋਂ ਦੀਆਂ ਜਿਹੜੀਆਂ ਲੜਕੀਆਂ ਨੇ ਤੇ ਜਾਂ ਹੋਰ ਰਿਸ਼ਤੇਦਾਰਾਂ ਦੀਆਂ ਲੜਕੀਆਂ, ਉਹਨਾਂ ਦੇ ਘਰ ਲੱਡੂ ਤੇ ਜਲੇਬੀਆਂ ਲੈ ਕੇ ਜਾਂਦੇ ਸੀ। ਇਹ ਅਸੀਂ ਆਪ ਮੈਂ ਵੀ ਵੇਖਿਆ ਜੀ ਕਿ ਫਿਰ ਉਹ ਲੱਡੂ ਜਲੇਬੀ ਨਹੀਂ ਇਕੱਲੇ, ਉਹ ਅਸਲ 'ਚ ਉਹ ਸਾਰਾ ਜਿੰਨਾ ਖਾਣਾ ਪੀਣ ਦਾ ਹੁੰਦਾ ਉਹ ਥਾਲੀ ਕਹਿੰਦੇ ਜੀ, ਥਾਲੀ ਦੇ ਕੇ ਆਉਣੀ ਆ, ਉਹ ਲੈ ਕੇ ਜਾਂਦੇ ਸੀ। ਸੋ ਉਹ ਵੀ ਮਨਮਤ ਲਿਖੀ ਗਈ ਆ। ਆਫ ਕੋਰਸ ਇਹ ਆ ਕਿ ਉਹਦੇ ਵਿੱਚ ਜੇ ਤੁਸੀਂ ਸੋਸ਼ਲ ਪੁਆਇੰਟ ਆਫ ਵਿਊ ਨਾ ਦੇਖੋ ਤੇ ਜਿਹੜੀਆਂ ਲੜਕੀਆਂ ਤੁਹਾਡੇ ਪਿੰਡ ਦੀਆਂ ਇੱਥੇ ਵਿਆਹੀਆਂ ਨੇ, ਉਹ ਜੇ ਉਹ ਇਨਵਾਈਟਡ ਨਾ ਹੋਣ ਲੜਕੀ ਵਾਲਿਆਂ ਵੱਲੋਂ, ਤੇ ਉਹ ਆਪਣਾ ਉਹਨਾਂ ਨੂੰ ਦੱਸਣਾ ਬਰਾਤ ਵਾਲਿਆਂ ਨੂੰ। ਕਈ ਵਾਰੀ ਪਤਾ ਵੀ ਨਹੀਂ ਸੀ ਹੁੰਦਾ ਲੜਕੀ ਵਾਲਿਆਂ ਨੂੰ ਕਿ ਜਿਹੜੇ ਕੋਈ ਲੜਕੇ ਵਾਲੇ ਆ ਰਹੇ ਨੇ, ਬਰਾਤ ਆ ਰਹੀ ਉਹਨਾਂ ਦੇ ਕੋਈ ਰਿਸ਼ਤੇਦਾਰ। ਕਈ ਵਾਰੀ ਲੜਕੇ ਵਾਲਿਆਂ ਦਾ ਜੇ ਪਤਾ ਹੋਊ, ਖਾਸ ਕਰਕੇ ਇਮੀਡੀਏਟ ਫੈਮਿਲੀ ਦਾ, ਤੇ ਜਿਹੜੇ ਬਰਾਤੀ ਆਉਂਦੇ ਸੀ ਉਹਨਾਂ ਦਾ ਨਹੀਂ ਸੀ ਪਤਾ ਹੁੰਦਾ ਕਿ ਉਹਨਾਂ ਦੇ ਕੋਈ ਇੱਥੇ ਰਿਸ਼ਤੇਦਾਰ ਜਾਂ ਉੱਥੋਂ ਉਹਨਾਂ ਦੇ ਪਿੰਡਾਂ ਦੀਆਂ ਕੋਈ ਲੜਕੀਆਂ ਤੇ ਉਹ ਲੈ ਜਾਂਦੇ ਸੀ। ਇਹ ਸੋਸ਼ਲ ਇੱਕ ਕਿਸਮ ਦਾ
ਰਿਵਾਜ ਸੀ ਜੀ। ਤੇ ਹੁਣ ਅੱਗੇ ਆ ਜਾਂਦਾ ਜੀ ਮ੍ਰਿਤਕ ਸੰਸਕਾਰ ਵੇਲੇ ਮੰਜੇ ਤੋਂ ਉਤਾਰਨਾ ਜੀ ਮ੍ਰਿਤਕ ਦੇ ਸਰੀਰ ਨੂੰ, ਕਕਾਰ ਜੁਦਾ ਕਰਨੇ, ਇਹ ਦੋਵੇਂ ਮੰਨਮਤਾਂ ਨੇ। ਮੰਜੇ ਤੇ ਉਤਾਰਨ ਦਾ ਰਿਵਾਜ ਕਾਫੀ ਅੱਗੇ ਪ੍ਰਚਲਿਤ ਸੀ। ਦੇਹ ਤਿਆਗਣ ਤੇ ਧਾ ਮਾਰਨੀ, ਪਿੱਟਣਾ, ਸਿਆਪਾ ਕਰਨਾ, ਇਹ ਜਿਹੜਾ ਜੀ ਸਿਆਪਾ ਬੜਾ ਅਸੀਂ ਨੇ ਦੇਖਿਆ ਜੀ ਪਿੰਡਾਂ ਦੇ ਵਿੱਚ ਖਾਸ ਕਰਕੇ, ਤੇ ਬੜਾ ਆਰਗੇਨਾਈਜ਼ਡ ਹੁੰਦਾ ਸੀ। ਇੱਕ ਖਾਸ ਨੈਣ ਆਮ ਕਰਕੇ ਹੁੰਦੀਆਂ ਸੀ, ਜਾਂ ਮਰਾਸਣ ਨੂੰ ਕਹਿ, ਮਰਾਸਣ ਜਾਂ ਨੈਣਾ ਜਿਹੜੀਆਂ ਟ੍ਰੇਨਡ ਹੁੰਦੀਆਂ ਸੀ, ਉਹ ਪੂਰੇ ਫਾਰਮ ਦੇ ਵਿੱਚ ਜੀ ਆਰਗੇਨਾਈਜ਼ ਨਾਲ ਕਰਾਉਂਦੀਆਂ ਸੀ। ਜੇ ਕਿਸੇ ਲੇਡੀ ਨੂੰ ਨਾ ਪਤਾ ਹੋਵੇ ਤੇ ਉਹਨੂੰ ਉਸੇ ਵੇਲੇ ਉਹ ਕਹਿ ਦਿੰਦੀਆਂ ਸੀ ਕਿ ਤੂੰ ਆਪਣੀ ਜਿਹੜੀ ਉਹ ਸਾਡੀ ਲਾਈਨ ਲੱਗੀ ਹੈ, ਜਿਹਨੇ ਗਰੁੱਪ ਕਰ ਰਿਹਾ ਨਾ, ਉਹ ਤੋਂ ਉਹਨੂੰ ਬਾਹਰ ਕੱਢ ਦਿੰਦੇ ਜਾਂਦੇ। ਜਿਵੇਂ ਕਿ ਸਕੂਲ ਦੇ ਵਿੱਚੋਂ ਕੋਈ ਬੱਚਾ ਗਲਤ ਕੰਮ ਕਰ ਰਿਹਾ ਤੇ ਉਹਨੂੰ ਬਾਹਰ ਕੱਢ ਦਿੰਦਾ। ਸੋ ਇਹ ਅਜੇ ਵੀ ਚੱਲਦਾ ਹੈ ਜੀ ਕਈ ਜਗ੍ਹਾ। ਤੇ ਅਸੀਂ ਦੇਖਿਆ ਜੀ ਕਿ ਉਹ ਅਗਲੇ ਪਹਿਲੇ ਜ਼ਮਾਨੇ ਅਸੀਂ ਆਪ ਦੇਖਿਆ ਮੈਂ ਕਿ ਉਹ ਜਿੱਥੇ ਮਕਾਨ ਤੇ ਜਾਣਾ ਤੇ ਉੱਥੇ ਉਹ ਘੱਗਰੇ ਹੁੰਦੇ ਸੀ, ਸੂਫ ਦੇ ਘੱਗਰਾ ਬੜਾ ਮਸ਼ਹੂਰ ਹੁੰਦਾ ਸੀ, ਤੇ ਉਹ ਪਾ ਕੇ ਜਾਣੇ। ਤੇ ਫਿਰ ਉਹ ਆਪਣਾ ਉਹ ਕਾਫੀ ਕਈ ਤਰੀਕੇ ਸਨ, ਉਹਦੇ ਬੜਾ ਸਿਸਟਮੈਟਿਕ ਸੀ ਕਿਵੇਂ ਕਰਦੀਆਂ ਸੀ। ਸੰਸਕਾਰ ਦੇ ਲਈ ਦਿਨ ਜਾਂ ਰਾਤ ਦਾ ਭਰਮ ਕਿਸੇ ਵੇਲੇ ਵੀ ਹੋ ਸਕਦਾ ਜੀ। ਦੀਵਾ ਵੱਟੀ ਜਗਾਉਣੀ, ਕਈ ਵਾਰੀ ਮ੍ਰਿਤਕ ਜੇ ਹੋਵੇ ਤੇ ਉਹਦੇ ਲਾਗੇ ਜਾਂ ਦੇਹ ਦੇ ਨਾਲ ਕੋਲ ਵੀ ਦੀਵਾ ਜਗਾ ਸਕਦੇ। ਪੁਰਾਣੇ ਜ਼ਮਾਨਿਆਂ 'ਚ ਕਿਉਂਕਿ ਲਾਈਟ ਦਾ ਹੋਰ ਕੋਈ ਤਰੀਕਾ ਨਹੀਂ, ਜੇ ਉਹ ਲਾਈਟ ਦਾ ਤਰੀਕਾ ਹੈ ਤੇ ਫਿਰ ਉਹ ਮੇਰੇ ਖਿਆਲ 'ਚ ਥੋੜਾ ਜਿਹਾ ਹੈ ਕਿ ਚਲੋ ਇਹ ਤੇ ਲਾਈਟ ਦਾ ਸਾਧਨ ਆ, ਕਿਉਂਕਿ ਅੱਗੇ ਪਿੰਡਾਂ ਦੇ ਵਿੱਚ ਵੀ ਜਾਂ ਜਿੱਥੇ ਘੱਟ ਆਬਾਦੀ ਸੀਗੀ, ਰਾਤ ਨੂੰ ਹੁੰਦਾ ਸੀ ਕਿ ਡਾਰਕ ਦੇ ਵਿੱਚ ਕੁਝ ਚੀਜ਼ ਆ ਜਾਏ, ਸੋ ਕੋਈ ਜਾਨਵਰ, ਕੁੱਤਾ ਆ ਸਕਦਾ, ਸੱਪ ਵੀ ਆ ਸਕਦਾ, ਹੋਰ ਵੀ ਚੀਜ਼ਾਂ। ਉਸ ਪੁਆਇੰਟ ਆਫ ਵਿਊ ਨਾਲ ਸ਼ਾਇਦ ਇਹ ਰਿਵਾਜ ਸੀ ਜੀ, ਲੇਕਿਨ ਖਾਸ ਕਰਕੇ ਜੀ ਤੁਸੀਂ ਉਹਦੀ ਫਾਰਮੈਲਿਟੀ ਕਰ ਰਹੇ ਜੇ ਤੇ ਉਹ ਮਨਾ ਹੈ। ਗਊਆਂ ਵੀ ਮਨਸਾਉਂਦੇ ਸੀ ਜੀ ਅੱਗੇ ਵੀ, ਇਹਦਾ ਕਿਸੇ ਕਈ ਵਾਰੀ ਕਹਿੰਦੇ ਜੀ ਇਹਦਾ ਜਿਹੜਾ ਪ੍ਰਾਣੀ ਬੜਾ ਤਕਲੀਫ 'ਚ ਆ ਤੇ ਇਹਦੀ ਗਊ ਮਨਸਾਉਣ ਦਾ ਅੱਗੇ ਬ੍ਰਾਹਮਣ ਲੈ ਜਾਂਦੇ ਸੀ ਉਹ। ਤੇ ਅਜੇ ਅਸੀਂ ਵੀ, ਮੈਂ ਵੀ ਦੇਖਿਆ ਜੀ ਇੱਕ ਦੋ ਜਗ੍ਹਾ ਜਾਣਨ ਵਾਲਿਆਂ ਦੇ ਥਰੂ। ਅੱਧ ਮਾਰਗ ਦੇ ਵਿੱਚ ਕਈ ਵਾਰੀ ਫੇਰ ਜਾ ਕੇ ਉਹਦਾ ਰੱਖ ਕੇ ਤੇ ਉਹਦਾ ਕਰਦੇ ਸੀ ਰੋਣ, ਸਿਆਪਾ ਕਹਿ ਲਓ। ਫੂੜੀ, ਦੀਵਾ, ਪਿੰਡ ਕਿਰਿਆ, ਸ਼ਰਾਧ, ਬੁੱਢਾ ਮਰਨਾ, ਕਪਾਲ ਕਿਰਿਆ। ਕਪਾਲ ਕਿਰਿਆ ਜਿਹੜਾ ਹੈ ਜੀ ਕਿ ਉਹਦੇ ਵਿੱਚ ਡੰਗੋਰੀ ਦੇ ਜਾਂ ਅੱਗੇ ਕਿਸੇ ਚੀਜ਼ ਦੇ ਡੰਗੋਰੀਆਂ ਦੇ ਵਿੱਚ ਆਮ ਕਰਕੇ ਅੱਗੇ ਲੱਗੇ ਹੁੰਦੇ ਸੀ ਤਿੱਖੇ ਮੈਟਲ ਦਾ। ਉਹਦੇ ਨਾਲ ਜਿਹੜਾ ਸੀ ਨਾ, ਜਿਹੜੇ ਜਦੋਂ ਸੰਸਕਾਰ ਹੋ ਰਿਹਾ ਹੁੰਦਾ ਸੀ ਤੇ ਉਹ ਜਿਹੜੀ ਖੋਪੜੀ ਹੁੰਦੀ ਸੀ ਉਹਨੂੰ ਥੋੜਾ, ਜੇ ਨਾ ਉਹ ਮਤਲਬ ਪ੍ਰੋਪਰ ਸੜਦੀ ਹੋਵੇ ਤੇ ਉਹ ਅਸੀਂ ਆਪ ਸੁਣਿਆ ਜੀ, ਨਾਈ ਸਾਡੇ ਜਿਹੜੇ ਕਰਾਉਂਦੇ ਸੀ ਤੇ ਉਹ ਫਿਰ ਉਹਦੇ ਤੁਹਾਨੂੰ ਉਹਨੂੰ ਬ੍ਰੇਕ ਕਰ ਦਿੰਦੇ ਸੀ, ਬੇਸਿਕਲੀ ਤੋੜਨ ਦਾ ਤਰੀਕਾ ਸੀ। ਤੇ ਉਹ ਕਿਉਂਕਿ ਉਹ ਆਈ ਥਿੰਕ ਇਟ ਵਾਸ ਹੈਲਪ ਵਿਦ ਦੀ ਪ੍ਰੋਪਰ ਜਿਹੜੀ ਆ ਤੁਹਾਡੇ ਫਿਨਲ ਦੀ। ਅੰਗੀਠੇ ਵਿੱਚੋਂ ਫੁੱਲ ਦੀ ਹੱਡੀਆਂ ਕਹਿ ਦਿੰਦੇ ਆ ਅਸੀਂ, ਹੱਡੀਆਂ ਹੁੰਦੀਆਂ ਨੇ ਬੇਸਿਕਲੀ ਵੱਖਰੇ ਕਰਨੇ, ਤੇ ਉਹ ਜਿਹੜੇ ਫੁੱਲ ਕਿਤੇ ਲੈ ਕੇ ਜਾਣੇ, ਪਹਿਲਾਂ ਤੇ ਹਰਿਦੁਆਰ ਜਾਂਦੇ ਸੀ ਜੀ, ਪਤਾਲਪੁਰੀ, ਕਰਤਾਰਪੁਰ ਸਾਹਿਬ, ਕੀਰਤਪੁਰ ਜਾਂ ਕਿਤੇ ਅਜੇ ਉਹ ਅੱਜ ਕੱਲ੍ਹ ਹੁਣ ਕੀਰਤਪੁਰ ਦਾ ਬਹੁਤ ਰਿਵਾਜ ਹੈ ਜੀ। ਕਰਤਾਰਪੁਰ ਕਿਉਂਕਿ ਆਪਣਾ ਪਾਰਟੀਸ਼ਨ ਤੋਂ ਪਹਿਲਾਂ ਸ਼ਾਇਦ ਮੇਰੇ ਖਿਆਲ ਉੱਥੇ ਵੀ ਹੋਊਗਾ ਜੀ, ਖਾਸ ਜਗ੍ਹਾ ਤੇ। ਹੁਣ ਆਮ ਹੈ ਜੀ ਕਿ ਲੋਕ ਜੇ ਹੋਰ ਨਹੀਂ ਤੇ ਹੁਣ ਤੇ ਕਾਫੀ ਹਰ ਜ਼ਿਲ੍ਹੇ ਦੇ ਵਿੱਚ ਜਿੱਥੇ ਜਿੱਥੇ ਕਿਤੇ ਉਹ ਨਹਿਰ ਜਾਂ ਦਰਿਆ ਹੈਗੇ ਨੇ, ਹਰੀਕੇ ਵੀ ਹੈ ਇੱਕ ਜੀ ਸਾਡੇ ਲਾਗੇ, ਫਿਰੋਜ਼ਪੁਰ ਤੋਂ ਨੇੜੇ ਫਰੀਦਕੋਟ ਇੱਕ ਬਣ ਗਈ ਜਗ੍ਹਾ, ਹੋਰ ਵੀ ਕਾਫੀ ਜਗ੍ਹਾ ਉਹ ਬਣ ਗਏ ਨੇ, ਗੁਰਦੁਆਰਾ ਸਾਹਿਬ ਬਣ ਗਏ ਨੇ ਉੱਥੇ, ਤੇ ਉਹ ਹੋਈ ਸਿਸਟਮ ਉਹੀ ਆ। ਮ੍ਰਿਤਕ ਪ੍ਰਾਣੀ ਦੀ ਯਾਦਗਾਰ ਜਾਂ ਮੜੀ ਬਣਾਉਣੀ, ਇਹਦੇ ਵਿੱਚ ਜਿਹੜਾ ਰਹਿਤ ਮਰਿਆਦਾ ਅਨੁਸਾਰ ਇਹ ਹੈ ਜੀ ਕਿ ਤੁਸੀਂ ਸਾਰਾ ਜਿਹੜਾ ਜੋ ਵੀ ਆ ਕ੍ਰੀਮੇਸ਼ਨ ਤੋਂ ਬਾਅਦ ਜਿੰਨਾ ਵੀ ਕੋਈ ਸਮਾਨ, ਸਵਾਦ ਜੋ ਵੀ ਆ, ਫੁੱਲ ਨੇ ਵਿੱਚ ਕਹਿ ਲਓ, ਹੱਡੀਆਂ ਕਹਿ ਲਓ, ਇਕੱਠਾ ਕਰਕੇ ਕਿਤੇ ਵੀ ਚੱਲਦੇ ਪਾਣੀ 'ਚ ਪਾ ਸਕਦੇ ਜੀ। ਇਹ ਹੈ ਜੀ ਮਰਿਆਦਾ ਜਿਹੜੀ ਬਰੀਫ ਦੇ ਵਿੱਚ। ਲੇਕਿਨ ਇਹ ਆ ਕਿ ਅਜੇ ਵੀ ਲੋਕ ਮੇਰੇ ਖਿਆਲ
I'll say कि 90% ਤੋਂ ਜ਼ਿਆਦਾ ਜਿਹੜੇ ਲੋਕ ਅਜੇ ਵੀ ਉਹ ਕਰਦੇ ਨੇ। ਫਿਰ ਹੈ ਜੀ ਕਿ ਦੁਸਹਿਰੇ ਪਿੱਛੋਂ ਪਿੱਤਰ ਵਡੇਰੇ ਖਿਆ ਮਰਨ ਵਾਲੇ ਦਿਨ ਸ਼ਰਾਧ ਉਹਨੂੰ ਖਿਆ ਕਹਿ ਦਿੰਦੇ ਆ ਜੀ, ਦੀਵਾ ਹੋਰ ਕਿਰਿਆਕਰਮ ਕਰਦੇ। ਪਿੱਤਰਾਂ ਨੂੰ ਦੇਵਤਿਆਂ ਨੂੰ ਜਲ ਭੇਜਣ ਦਾ, ਜਿਵੇਂ ਕਿ ਆਪਾਂ ਨੂੰ ਸਾਖੀ ਯਾਦ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਵੀ ਸੀ, ਇਹ ਨੇ ਜੀ ਰਹਿਤ ਮਰਿਆਦਾ ਦੇ ਵਿੱਚ ਜਿਹੜੀਆਂ ਲਿਖੀਆਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਅਸੀਂ ਉਹ ਕੋਸ਼ਿਸ਼ ਕੀਤੀ ਆ ਕਿ ਜਿਹੜੇ ਵੱਖਰੇ ਵੱਖਰੇ ਸੈਕਸ਼ਨਸ ਨੇ ਉੱਥੇ ਮਰਿਆਦਾ ਤੇ ਗੁਰਮਤ ਤੇ ਮਨਮਤ ਉੱਥੇ ਇਕੱਠੀਆਂ ਲਿਖੀਆਂ ਸੀ। ਅਸੀਂ ਉਹ ਸਾਡਾ ਆਈਡੀਆ ਇਹ ਹੈ ਜੀ ਕਿ ਥੋੜਾ ਜਿਹਾ ਸੰਗਤ ਨੂੰ ਜਾਂ ਜਾਣਕਾਰੂ ਕਰਾਇਆ ਜਾਵੇ ਕਿ ਇਹ ਨਹੀਂ ਹੋਣੀਆਂ ਚਾਹੀਦੀਆਂ। ਸੋ ਅਸੀਂ ਉੱਥੋਂ ਕੱਢ ਕੇ ਤੇ ਇਕੱਠੀਆਂ ਉਹ ਆਰਗੇਨਾਈਜ਼ ਕਰਕੇ ਥੋੜਾ ਲਿਖਿਆ। ਹੋਰ ਕੋਈ ਅਸੀਂ ਇਹਦੇ 'ਚ ਬਾਹਲਾ ਵੱਡਾ ਕੰਮ ਨਹੀਂ ਕੀਤਾ ਵੈਸੇ, ਤੇ ਲੇਕਿਨ ਇਹ ਹੈ ਕਿ ਕੋਸ਼ਿਸ਼ ਕੀਤੀ ਹੈ ਕਿ ਉਹ ਵੱਖਰਾ ਇੱਕ ਕਿਸਮ ਦਾ ਪਤਾ। ਫਿਰ ਹੈ ਜੀ ਕਿ ਇਸ ਤੋਂ ਬਾਅਦ ਕੁਝ ਹੋਰ ਵੀ ਆਪਾਂ ਨੂੰ ਪਤਾ ਹੈ ਜਿਹੜੀਆਂ ਮਨਮਤਾਂ ਚੱਲਦੀਆਂ ਨੇ ਜਾਂ ਅਜੇ ਵੀ ਆ ਜਾਂ ਪਹਿਲਾਂ ਚੱਲਦੀਆਂ ਸੀ। ਕਿਸੇ ਖਾਸ ਦਿਨ ਤੇ ਖਾਸ ਤਰ੍ਹਾਂ ਦਾ ਪ੍ਰਸ਼ਾਦ ਪੀਲੇ ਰੰਗ ਦਾ ਜਾਂ ਛੋਲਿਆਂ ਵਗੈਰਾ ਦਾ ਹੋ ਜਾਂਦਾ ਹੈ। ਔਰ ਜਿਹੜੀ ਸੁਖਣਾ ਸੁਖਣੀ ਇਹ ਤੇ ਬਹੁਤ ਅਜੇ ਵੀ ਕਾਮਨ ਹੈ ਜੀ। ਪੰਜਾਬ ਦੇ ਵਿੱਚ ਬੱਚਿਆਂ ਮੁੰਡੇ ਵਾਸਤੇ ਖਾਸ ਕਰਕੇ ਸੁਖਣਾ ਬਾਬਾ ਬੁੱਢਾ ਜੀ ਦੇ ਜਿਹੜਾ ਅਸਥਾਨ ਹੈ ਉੱਥੇ ਜਾ ਕੇ ਬਹੁਤ ਲੋਕ ਕਰਦੇ ਨੇ ਜੀ। ਤੇ ਸੁਖਣਾ ਪੂਰੀ ਹੋਣ ਤੇ ਜਿਹੜਾ ਕੋਈ ਰਕਮ ਪੈਸੇ ਪਦਾਰਥ ਦੀ ਅਰਦਾਸ ਕਰਾਉਣੀ ਉਹ ਵੀ ਜਿਹੜੀ ਆ ਇਹ ਜੀ ਆਮ ਚੱਲਦਾ ਹੈ। ਕਈ ਜਗ੍ਹਾ ਸੁਖਾਸਨ ਵਾਲੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਖੇ ਏਸੀ ਵੀ ਰਾਤ ਨੂੰ ਵਰਤੇ ਆਮ ਦੇਖੇ ਨੇ ਜੀ। ਕਿਸੇ ਵੀ ਤਸਵੀਰ, ਵਿਅਕਤੀ, ਬੁੱਤ, ਮੂਰਤੀ, ਜਾਨਵਰ, ਦਰਖਤ ਅੱਗੇ ਝੁਕਣਾ ਜਾਂ ਮੱਥਾ ਟੇਕਣਾ, ਕਿਸੇ ਦੀ ਰਿਸਪੈਕਟ ਕਰਨੀ ਉਹ ਹੋਰ ਗੱਲ ਹੈ ਜੀ। ਬਜ਼ੁਰਗ ਦੇ ਜਾਂ ਕੋਈ ਚੰਗਾ ਕੰਮ ਕਰ ਰਿਹਾ ਉਹਦੀ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਹੈ। ਲੇਕਿਨ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੱਥਾ ਟੇਕਦੇ ਹਾਂ ਉਸ ਤਰ੍ਹਾਂ ਦਾ ਜਿਹੜਾ ਮੱਥਾ ਟੇਕਣਾ ਉਹ ਹੋਰ ਚੀਜ਼ ਆ, ਉਹ ਮਨਾਇਆ ਸਾਡੇ ਖਿਆਲ 'ਚ ਮਨਮਤ ਹੈ। ਤੇ ਵੈਸੇ ਇਹ ਹੈ ਕਿ ਇਹ ਆਮ ਰਿਵਾਜ ਸੀ ਕਿ ਸੋਸ਼ਲ ਵੀ ਜਦੋਂ ਤੁਸੀਂ ਜਾਂਦੇ ਸੀ ਤੁਸੀਂ ਮੱਥਾ ਟੇਕਣਾ, ਇਹ ਜ਼ਬਾਨੀ ਕਹਿੰਦੇ ਜੀ ਮੱਥਾ ਟੇਕਦੇ ਆ ਜੀ, ਜਾਂ ਥੋੜਾ ਚੁੱਕ ਕੇ ਉਹਨਾਂ ਦੇ ਉਹ ਆਦਰ ਦਿਖਾਉਣ ਦਾ ਇੱਕ ਤਰੀਕਾ ਸੀ। ਉਹ ਸੋਸ਼ਲ ਸਿਸਟਮ ਜਿਹੜਾ ਉਹ ਹੋਰ ਚੀਜ਼ ਹੈ। ਲੇਕਿਨ ਇਹ ਹੈ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਸ ਤਰ੍ਹਾਂ ਦਾ ਜਿਹੜਾ ਉਹ ਚੀਜ਼ ਜਿਹੜੀ ਹੈ ਸਾਡੇ ਖਿਆਲ 'ਚ ਮਨਮਤ ਹੈ। ਪਾਲਕੀ ਅੱਗੇ ਜਾਂ ਚਟਾਈ ਵਾਲੀ ਪੱਕੀ ਸੜਕ ਤੇ ਜਾਂ ਚਟਾਈ ਵਾਲੀ ਜਗ੍ਹਾ ਤੇ ਪਾਣੀ ਛਿੜਕਣਾ, ਇਹ ਅਸੀਂ ਇਹ ਦੇਖਿਆ ਜੀ ਕਿ ਕਾਫੀ ਅਜੇ ਵੀ ਚੱਲਦਾ ਆ। ਕਾਰ ਦੇ ਅੱਗੇ ਵੀ ਜੇ ਤੁਸੀਂ ਵਹੀਕਲ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾਰੀ ਜਾ ਰਹੀ ਹੈ ਤੇ ਉਹਦੇ ਅੱਗੇ ਵੀ ਕਈ ਲੋਕ ਕੋਸ਼ਿਸ਼ ਕਰਦੇ ਜੀ ਕਿ ਭਾਵੇਂ ਦੂਸਰੀ ਕਾਰ ਦੇ ਵਿੱਚ ਬਹਿ ਕੇ ਪਾਣੀ ਤਰੰਕ। ਇਹ ਜਿਹੜਾ ਪਾਣੀ ਤਰੰਕਣ ਦਾ ਛਿੜਕਣ ਦਾ ਜਿਹੜਾ ਹੈ ਕਿ ਇਹ ਪੁਰਾਣੇ ਜ਼ਮਾਨਿਆਂ ਦੇ ਵਿੱਚ ਕੱਚੇ ਰਾਹ ਹੁੰਦੇ ਸੀ। ਉਸ ਵੇਲੇ ਮਿੱਟੀ ਦਾ ਥੋੜਾ ਜਿਹਾ ਧੂੜ ਬਹੁਤ ਉੱਡਦੀ ਸੀ, ਇਸ ਕਰਕੇ ਉਹਨੂੰ ਥੋੜਾ ਘਟਾਉਣ ਦੇ ਵਾਸਤੇ ਇਹ ਇੱਕ ਤਰੀਕਾ ਅਪਣਾਇਆ ਗਿਆ ਸੀ ਜਿਹੜਾ ਕਿ ਪ੍ਰੈਕਟੀਕਲ ਸੀ, ਜਿਹਦੀ ਕੋਈ ਮਤਲਬ ਬਣਦਾ ਸੀ। ਲੇਕਿਨ ਅੱਜ ਕੱਲ੍ਹ ਤੇ ਹੁਣ ਕੱਚੇ ਰਾਹ ਤੇ ਬਹੁਤ ਘੱਟ ਰਹਿ ਗਏ ਨੇ ਰਸਤੇ ਤੇ, ਇਸ ਕਰਕੇ ਅੱਜ ਕੱਲ੍ਹ ਰਿਵਾਜ ਲਿਖਣੀ ਹੈ ਕਿ ਉਹ ਅਜੇ ਵੀ ਚੱਲਦਾ ਹੈ। ਨਜ਼ਰ ਉਤਾਰਨੀ ਕਿਸੇ ਦੀ ਜਾਂ ਨਜ਼ਰ ਉਤਰਾਉਣੀ, ਇਹ ਅਜੇ ਵੀ ਆਪਣੇ ਮੈਂ ਦੇਖਿਆ ਗੁਰੂ ਘਰਾਂ ਦੇ ਵਿੱਚ ਵੀ ਕਈ ਲੋਕ ਬੱਚੇ ਨੂੰ ਰੋ ਰਿਹਾ ਜਾਂ ਕੁਛ ਪ੍ਰੋਬਲਮ ਹੋਈ ਆ, ਕਹਿੰਦੇ ਜੀ ਬਾਬਾ ਜੀ ਮੰਦਰ ਪੜ੍ਹ ਦਿਓ, ਪਾਠ ਕਰੋ। ਉਹ ਭਾਈ ਸਾਹਿਬ ਵੀ ਜਿਹੜੇ ਨੇ ਉਹ ਵੀ ਆਪਣਾ ਜੋ ਵੀ ਆ ਉਹ 2-4 ਸ਼ਬਦ ਪੜ੍ਹ ਕੇ ਜਾਂ ਭਾਵੇਂ ਉਹ ਪਹਿਲੀ ਵਾਰ ਦੂਜਾ ਕੋਈ ਵੀ 2-4 ਤੁਕਾਂ ਪੜ੍ਹ ਕੇ ਤੇ ਉਹ ਆਪਣਾ ਕਹਿ ਦੇ ਜੀ ਠੀਕ ਹੈ। ਤੇ ਉਹ ਦੇਹਧਾਰੀ ਨੂੰ ਗੁਰੂ ਮੰਨਣਾ, ਚਰਨਾਮਤ ਲੈਣਾ, ਇਹ ਅੱਗੇ ਮੈਂ ਆਪ ਹੀ ਦੇਖਿਆ ਜੀ। ਆ ਹੁਣ ਇੱਕ ਦਿਨ ਵੀਡੀਓ ਵੀ ਇੱਕ ਦਿਨ ਦਿਖਾ ਰਹੇ ਸੀ ਕਿ ਲੇਡੀ ਜਿਹੜੀਆਂ ਨੇ ਉਹ ਕੋਈ ਬੈਠੇ ਬਜ਼ੁਰਗ ਤੇ ਉਹਨਾਂ ਦੇ ਉਹ ਪਾਣੀ ਧੋ ਕੇ ਤੇ ਉਹ ਚਰਨਾਮਤ ਲੈਣ ਦਾ। ਇੱਕ ਹੈ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੜੀਆਂ ਤੇ ਲੈ ਕੇ ਜਾਣਾ। ਮੜੀਆਂ ਦਾ ਮਤਲਬ ਕਿਤੇ ਕਬਰ ਤੇ ਜਾਂ ਦੂਜੀ ਜਿੱਥੇ ਹਾਂ ਘਰ ਦੇ ਵਿੱਚ ਅੱਗੇ ਆਮ ਰਿਵਾਜ ਸੀ, ਉਹ ਜਿਹੜੀ ਚੀਜ਼ ਆ ਉਹ ਵੱਖਰੀ ਆ। ਅੱਗੇ
ਸ਼ਰਾਧਾਂ ਦੇ ਵਿੱਚ ਪੰਡਤਾਂ ਨੂੰ ਖਵਾਉਂਦੀ ਸੀ, ਤੇ ਹੁਣ ਫਿਰ ਇਹ ਰਿਵਾਜ ਸ਼ੁਰੂ ਹੋ ਜਾਏ ਕਿ 5 ਸਿੰਘਾਂ ਨੂੰ ਪ੍ਰਸ਼ਾਦਾ ਛਕਾ ਦਿਓ ਸ਼ਰਾਧ ਵਾਲੇ ਦਿਨ, ਜਿਸ ਦਿਨ ਮ੍ਰਿਤਕ ਬਜ਼ੁਰਗ ਦਾ ਕਿਸੇ ਦਾ ਸਵਰਗਵਾਸ ਹੋਇਆ ਸੀ। ਕਰਵਾ ਚੌਥ ਦੇ ਵਰਤ ਕੰਜਕਾਂ ਬਿਠਾਉਣੀਆਂ ਦਾ ਆਮ ਰਿਵਾਜ ਸੀ ਜੀ ਅੱਗੇ, ਹੁਣ ਵੀ ਸ਼ਾਇਦ ਚੱਲਦਾ ਕਿਤੇ ਕਿਤੇ। ਜਾਦੂ ਟੂਣੇ ਕਿਸੇ ਕਿਸਮ ਦੀ ਜਾਨਵਰ ਦੀ ਬਲੀ ਜਿਹੜੀ ਹੈ ਜੀ, ਘਰ ਦਾ ਮੂੰਹ ਕਿਸੇ ਖਾਸ ਦਿਸ਼ਾ ਵਿੱਚ ਜਾਂ ਪਲਾਟ ਜਾਂ ਘਰ ਦਾ ਜਿਹੜੀ ਆ ਉਹ ਕਿਸੇ ਖਾਸ ਬਣਾਵਟ ਤੇ, ਕਈ ਲੋਕ ਅਜੇ ਵੀ ਜੀ ਉਹ ਮੈਨੂੰ ਵਾਸਤੂ ਸ਼ਾਸਤਰ ਦਾ ਅੱਜਕੱਲ ਮੈਂ ਕਾਫੀ ਜਗ੍ਹਾ ਦੇਖਿਆ, ਖਾਸ ਕਰਕੇ ਸ਼ਹਿਰਾਂ 'ਚ ਜਿਹੜੇ ਅਮੀਰ ਆਦਮੀ ਨੇ ਉਹ ਆਪਣਾ ਕਹਿੰਦੇ ਜੀ ਉਹ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਬਣਾਉਣਾ ਹੈ। ਇੱਕ ਦੋ ਜਗ੍ਹਾ ਸੁਣਿਆ ਜੀ ਕਿ ਉਹਨਾਂ ਦੇ ਘਰ ਬਣੇ ਸੀ ਤੇ ਉਹਨਾਂ ਨੇ ਢਾਹ ਕੇ ਤੇ ਜਾਂ ਉਹਨਾਂ ਨੂੰ ਮੋਡੀਫਾਈ ਕੀਤਾ। ਇਸ ਕਰਕੇ ਪਲਾਟ ਦੀ ਜਿਹੜੀ ਬਣਾਵਟ ਦਾ ਜਿਹੜਾ ਮੈਂ ਸੁਣਿਆ ਜੀ ਕਿ ਜੇ ਤੁਹਾਡਾ ਘਰ ਦੀ ਗਊ ਸ਼ੇਪ ਉਹਨੂੰ ਕਹਿੰਦੇ ਸੀ ਕਿ ਪਿੱਛੋਂ ਚੌੜਾ ਹੋਵੇ ਅੱਗੋਂ ਘੱਟ ਚੌੜਾ ਹੋਵੇ ਤੇ ਉਹਨੂੰ ਗਊ ਸ਼ੇਪ ਕਹਿੰਦੇ ਸੀ ਚੰਗਾ, ਤੇ ਜੇ ਕਹਿੰਦੇ ਜੇ ਅੱਗੋਂ ਪਲਾਟ ਚੌੜਾ ਹੋਵੇ ਪਿੱਛੋਂ ਘੱਟ ਹੋਵੇ ਤੇ ਉਹਨੂੰ ਗਲਤ ਮਾੜਾ ਗਿਣਿਆ ਜਾਂਦਾ ਸੀ। ਤੁਰਨ ਲੱਗਿਆ ਛਿੱਕ ਦੇ ਮਾਰਨੀ, ਪਿੱਛੋਂ ਆਵਾਜ਼ ਮਾਰਨੀ, ਕਾਲੀ ਬਿੱਲੀ ਦਾ ਰਸਤਾ ਕੱਟਣਾ, ਇੱਕ ਜੀ ਦਰਾਏ ਤੇ ਨਾਰੀਅਲ ਹੋਵੇ। ਉਹ ਅੱਗੇ ਇਹਦੇ ਮੈਂ ਪੜ੍ਹਿਆ ਜੀ ਕਿ ਜਿੱਥੋਂ ਤੱਕ ਕਿ ਇਹ ਜਦੋਂ ਕੋਈ ਅੱਗੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਿਸੇ ਦੇ ਮ੍ਰਿਤੂ ਹੋ ਜਾਂਦੀ ਸੀ ਤੇ ਉਦੋਂ ਜਿਹੜਾ ਜਿਹੜੇ ਆਉਂਦੇ ਸੀ ਲੋਕ ਉਹਨਾਂ ਦੇ ਰਿਸ਼ਤੇਦਾਰ ਮਿਲਣ, ਜੇ ਕਿਸੇ ਨੂੰ ਘਰ ਦਾ ਰਾਹ ਡਾਇਰੈਕਸ਼ਨ ਨਾ ਪਤਾ ਹੋਵੇ ਪਿੰਡ ਦੇ ਵਿੱਚ ਜਾਂ ਜਿੱਥੇ ਵੀ, ਤੇ ਉਹ ਦਰਾਇਆਂ ਦੇ ਨਾਰੀਅਲ ਲਾ ਕੇ ਤੇ ਉਹਨਾਂ ਦੇ ਜਿਹੜੀ ਇੱਕ ਮੂੰਹ ਜਿਹੜਾ ਉਧਰ ਨੂੰ ਕਰਦੇ ਸੀ ਕਿ ਤੁਸੀਂ ਉਸ ਬੰਨੇ ਜਾਓ, ਕਿ ਡਾਇਰੈਕਸ਼ਨ ਦੇ ਤੌਰ ਤੇ ਜਿੱਥੋਂ ਇਹ ਵਰਤਿਆ ਸੁਣਿਆ ਜੀ। ਤੇ ਉਸ ਹੱਦ ਤੱਕ ਠੀਕ ਹੈ, ਲੇਕਿਨ ਹੁਣ ਉਹ ਦਰਾਏ ਦੇ ਨਾਰੀਅਲ ਵੇਖ ਲੈਣ ਤੇ ਲੋਕੀ ਕਹਿੰਦੇ ਜੀ ਇਹ ਕਿਸੇ ਨੇ ਟੂਣਾ ਕੀਤਾ। ਮੰਜੀ ਪੁੱਠੀ ਸਿੱਧੀ ਖੜੀ ਕਰਨ ਦਾ ਵਹਿਮ ਜੀ, ਪੈਂਦ ਜਿਹੜੀਆਂ ਹੁੰਦੀਆਂ ਸੀ ਅੱਗੇ ਪੁਰਾਣੇ ਜ਼ਮਾਨਿਆਂ 'ਚ, ਪੈਂਦਾਂ ਵਾਲੀਆਂ ਮੰਜੀਆਂ ਵੀ ਉਹ ਤੁਸੀਂ ਪੈਂਦ ਉੱਪਰ ਨਹੀਂ ਕਰ ਸਕਦੇ, ਇਹ ਵੀ ਮੰਨਿਆ ਚੰਗਾ ਨਹੀਂ ਸੀ ਮੰਨਿਆ ਜਾਂਦਾ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੀ ਸਾਨੂੰ ਕਨਫਿਊਜ਼ ਕਰਕੇ ਭੰਬਲ ਭੂਸੇ 'ਚ ਪਾ ਦਿੰਦੀਆਂ ਨੇ, ਤੇ ਅਜੇ ਵੀ ਕਾਫੀ ਲੋਕ ਇਹਨਾਂ ਚੀਜ਼ਾਂ ਨੂੰ ਮੰਨੀ ਜਾਂਦੇ ਨੇ। ਸਾਰਾਂਸ਼ ਹੈ ਜੀ ਕਿ ਕੁਛ ਜਿਹੜੀਆਂ ਕਾਫੀ ਉਹ ਬੰਦ ਹੋ ਗਈਆਂ ਨੇ, ਲੇਕਿਨ ਅਜੇ ਵੀ ਕਾਫੀ ਚੱਲਦਾ। ਔਰ ਇਹ ਸਾਡੇ ਖਿਆਲ 'ਚ ਇਹ ਜਿਹੜੀਆਂ ਮਨਮਤਾਂ ਕਰਮਕਾਂਡ ਜਿਹੜੀਆਂ ਨੇ ਨਾ, ਜੀਵਨ ਮੁਕਤੀ ਪ੍ਰਭੂ ਮਿਲਾਪ ਜੀਵਨ ਮੁਕਤੀ ਦੇ ਯਤਨਾਂ ਵਿੱਚ ਕਾਫੀ ਰੁਕਾਵਟ ਨੇ। ਸੋ ਅਰਦਾਸ ਇਹੀ ਹੈ ਜੀ ਕਿ ਵਾਹਿਗੁਰੂ ਸਾਨੂੰ ਹਰ ਤਰ੍ਹਾਂ ਦੀਆਂ ਮਨਮਤਾਂ ਤੋਂ ਦੂਰ ਰਹਿਣ, ਗੁਰਮਤਿ ਅਨੁਸਾਰ ਆਪਣੇ ਜੀਵਨ ਤੇ ਕਾਰ ਵਿਹਾਰ ਕਰਨ ਦੀ ਸੋਚ ਦੀ ਬਖਸ਼। ਬਾਣੀ ਦਾ ਫਰਮਾਨ ਹੈ ਜੀ ਕਿ ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝੋ ਸੁਖ ਪਾਈਏ। ਸੋ ਇੰਨੀ ਸੇਵਾ ਪ੍ਰਵਾਨ ਕਰਨੀ ਜੀ। ਜੇ ਕੋਈ ਕਿਸੇ ਦਾ ਸਵਾਲ ਹੈ, ਕੋਈ ਕੁਐਸਚਨ ਜਾਂ ਕੋਈ ਸੁਝਾਅ ਹੈ ਤੇ ਬਹੁਤ ਬਹੁਤ ਵੈਲਕਮ ਜੀ। ਧੰਨਵਾਦ ਜੀ ਬਹੁਤ ਬਹੁਤ ਵਕਤ ਦੇਣ ਦਾ। ਤੇ ਸੰਗਤ ਦੇ ਵਿੱਚੋਂ ਕੋਈ ਹੋਰ ਕੁਝ ਕਹਿਣਾ ਚਾਹਵੇ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਦੇਵ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੇ ਬਿਫੋਰ ਵੀ ਓਪਨ ਅਪ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਰ ਤੁਸੀਂ ਡਾਕਟਰ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੁਝ ਮਨਮਤਾਂ ਬਾਰੇ ਸਮਝਾਈ ਦਿੱਤਾ। ਤਾਂ ਮਨਮਤਾਂ ਬੇਸਿਕਲੀ ਜੇ ਆਪਾਂ ਇੱਕ ਅਨਾਲੋਜੀ ਵਰਤੀਏ, ਜਿਵੇਂ ਆਪਣੇ ਖਾਸ ਕਰ ਪਹਿਲਾਂ ਜਿਵੇਂ ਦਾਲਾਂ ਆਪਾਂ ਧਰਦੇ ਸੀਗੇ, ਦਾਲਾਂ ਵਿੱਚ ਕੋਰੜੂ ਬਹੁਤ ਹੁੰਦੇ ਸੀਗੇ। ਜਿਵੇਂ ਖਾਸ ਕਰ ਮੋਠਾਂ ਦੀ ਦਾਲ ਹੋਣੀ ਤਾਂ ਉਹਦੇ ਵਿੱਚ ਨਾ ਕਈ ਵਾਰੀ ਤਾਂ ਬਹੁਤ ਹੀ 20% ਹੀ ਸਮਝ ਲਓ ਕੋਰੜੂ ਹੁੰਦੇ ਸੀ, ਜਿਹੜਾ ਸਾਰਾ ਹੀ ਸਵਾਦ ਖਰਾਬ ਕਰ ਦਿੰਦੇ। ਸੋ ਇਹ ਮਨਮਤਾਂ ਨੇ ਜਿਹੜੀਆਂ, ਇਹ ਕੋਰੜੂਆਂ ਦੀ ਤਰ੍ਹਾਂ ਨੇ ਮੇਰੇ ਖਿਆਲ ਦੇ ਵਿੱਚ। ਜਿੰਨਾ ਵੀ ਅਸੀਂ ਉਹਨਾਂ ਨੂੰ ਆਪਾਂ ਕੱਢ ਸਕੀਏ ਦਾਲਾਂ ਦੇ ਵਿੱਚੋਂ, ਮਤਲਬ ਅਨਾਲੋਜੀ ਹੈ, ਤਾਂ ਉਹਨਾਂ ਹੀ ਉਹ ਸਫਾਈ ਹੋਏਗੀ, ਸਾਡੇ ਮਨ ਦੀ ਸਫਾਈ ਹੋਏਗੀ, ਸਾਡੇ ਗਿਆਨ ਦੇ ਵਿੱਚ ਵਾਧਾ ਹੋਏਗਾ। ਤੇ ਜਿਸ ਤਰ੍ਹਾਂ ਸਾਰਾਂਸ਼ ਵਿੱਚ ਤੁਸੀਂ ਦੱਸਿਆ ਹੈਗਾ ਕਿ ਵਾਹਿਗੁਰੂ ਦੇ ਮਿਲਣ ਵਿੱਚ, ਪ੍ਰਭੂ ਮਿਲਾਪ ਦੇ ਵਿੱਚ, ਮੁਕਤੀ ਲੈਣ ਦੇ ਵਿੱਚ ਸਹਾਇਤਾ ਮਿਲੇਗੀ। ਬਸ ਮੈਂ ਤਾਂ ਇੰਨਾ ਹੀ ਕਹਿਣਾ ਸੀਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਨੂੰ ਡਾਕਟਰ ਕਾਬਲ ਸਿੰਘ ਗ੍ਰੈਂਡ ਪ੍ਰੇਰੀ ਤੋਂ ਤੇ ਨਾਲ ਉਹਨਾਂ ਦੇ ਡਾਕਟਰ ਬਲਦੇਵ ਸਿੰਘ ਐਡਮੰਟਨ ਤੋਂ ਤੁਹਾਡਾ ਬਹੁਤ ਬਹੁਤ ਦੋਨੋਂ ਦਾ ਧੰਨਵਾਦ ਹੈ ਜੀ। ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਬਖਸ਼ਿਸ਼ ਕਰੇ ਤੇ ਤੁਸੀਂ ਸੇਵਾ ਕਰਦੇ ਰਹੋ। ਤੇ